ਸੁਖਮਣੀ ਸਾਹਿਬ ਬਾਣੀ ਵਿੱਚੋਂ ਅੱਜ 21 ਨੰਬਰ ਅਸ਼ਟਪਦੀ ਦਾ ਸ਼ਲੋਕ ਔਰ ਪਹਿਲੇ 4 ਪਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਇਹਨਾਂ ਵਚਨਾਂ ਨੂੰ ਅੰਦਰ ਸਮਝਣ ਦਾ ਯਤਨ ਕਰੀਏ। ਇਹ ਜੋ ਅਸ਼ਟਪਦੀ ਹੈ ਸਾਰੀ ਦੀ ਸਾਰੀ ਇਹ ਇੱਕ ਅਕਾਲ ਪੁਰਖ ਦੇ ਘਰ ਵਿੱਚ ਵਰਤ ਰਹੀ ਕਲਾ ਦਾ ਵਰਣਨ ਕਰਦੀ। ਜਿਹੜੇ ਸਰੀਰ ਧਾਰੀ ਮਨੁੱਖ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਗੁਰੂ ਦੇ ਹੁਕਮ ਵਿੱਚ ਜੀਵਨ ਜੀ ਕੇ ਜਿਹੜੀ ਦਸ਼ਾ ਨੂੰ ਪ੍ਰਾਪਤ ਕਰ ਲੈਂਦੇ ਨੇ, ਜਿਹੜੀ ਅਵਸਥਾ ਵਿੱਚ ਜਿਉਂਦੇ ਨੇ, ਉਸ ਸਾਰੀ ਦਸ਼ਾ ਦਾ ਇੱਥੇ ਵਰਣਨ ਕੀਤਾ ਗਿਆ ਹੈ। ਬੜੇ ਹੀ ਗੁਰਮੁਖ ਪਿਆਰਿਆਂ ਨੇ ਬਹੁਤ ਵਾਰੀ ਇਹ ਸਵਾਲ ਕੀਤਾ ਹੈ ਕਿ ਸਤਿਗੁਰੂ ਬਾਣੀ ਵਿੱਚ ਵਾਰ-ਵਾਰ ਕਹਿੰਦੇ ਨੇ ਕਿ ਚੌਥਾ ਪਦ ਕਿਹੜਾ ਹੈ। ਤੁਸੀਂ ਵਾਰ-ਵਾਰ ਇਹ ਸ਼ਬਦ ਸੁਣੋਗੇ ਬਾਣੀ ਵਿੱਚ, ਚੌਥੇ ਪਦ ਕੋ ਜੋ ਨਾ ਰਚੀਨੈ ਤਿਸ ਕੋ ਪਾਪ ਨਾ ਪੁੰਨ। ਬੜੀ ਵਾਰੀ ਆਏਗਾ। ਭਾਵੇਂ ਕਿ ਬ੍ਰਹਮ ਗਿਆਨੀ ਦੀ ਅੰਤਿਮ ਦਿਸ਼ਾ ਹੈ, ਚੌਥੀ ਅਵਸਥਾ। ਤਿੰਨਾਂ ਵਿੱਚੋਂ ਲੰਘ ਕੇ ਆਪਾਂ ਇੱਕ ਦਿਨ ਵਿਚਾਰ ਕੀਤੀ ਸੀ। ਉਹਦੇ ਵਿੱਚ 3 ਅਵਸਥਾਵਾਂ ਦਾ ਜ਼ਿਕਰ ਆਇਆ ਸੀ, ਸੁਪਨ, ਸੁਖੋਪਤ, ਤੁਰੀਆ। ਇਹ 3 ਪਹਿਲੀਆਂ ਅਵਸਥਾ ਨੇ। ਥੋੜ੍ਹਾ ਜਿਹਾ ਉਹਨਾਂ ਦਾ ਵਰਣਨ ਕਰਦੇ ਹਾਂ, ਕਿਉਂਕਿ ਇੱਕ ਸ਼ਲੋਕ ਪਿੱਛੇ ਆਇਆ ਸੀ, ਤ੍ਰਹਿ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਇਹ 3 ਅਵਸਥਾ ਨੇ ਪਹਿਲੀਆਂ। ਉਹ 3 ਨੇ ਸੁਪਨ। ਸੁਪਨ ਦਾ ਅਰਥ ਸੁਪਨੇ ਲੈਂਦੇ ਰਹਿਣਾ। ਇਹ ਕੋਈ ਸਾਧ ਸੰਗਤ ਜੀ ਇਉਂ ਕਹਿ ਕੇ ਇਹਨੂੰ ਨਾ ਤੁਸੀਂ ਸੁੱਟਣਾ, ਇਹ ਕੋਈ ਫਿਲਾਸਫੀ ਹੈ। ਇਹ ਸਾਡੇ ਵਿੱਚ ਵਰਤਦੀਆਂ ਨੇ, ਸਾਡੇ ਜੀਵਨ ਵਿੱਚ। ਸੁਪਨ ਹਰ ਇੱਕ ਬੰਦਾ ਸੁਪਨ ਵਿੱਚ ਰਹਿੰਦਾ। ਤੁਸੀਂ ਵੇਖੋ, ਆਪਾਂ ਇੱਥੇ ਬੈਠੇ ਹਾਂ, ਮਨ ਵਿੱਚ ਸੁਪਨੇ ਚੱਲਦੇ ਨੇ ਪਏ, ਖਿਆਲ ਚੱਲ ਰਹੇ ਨੇ। ਇਹ ਜਾਗਦਿਆਂ ਦੇ ਸੁਪਨੇ ਨੇ। ਇਹਦਾ ਵਰਣਨ ਗੁਰੂ ਸਾਹਿਬ ਕਹਿੰਦੇ ਤੈਨੂੰ ਸੁਪਨਾ ਆ ਰਿਹਾ। ਇੱਕ ਤੇ ਸੁੱਤਿਆਂ ਦਾ ਹੈ, ਨੀਂਦ ਵਿੱਚ ਸੁਪਨਾ ਆਉਂਦਾ ਹੈ, ਤੇ ਇੱਕ ਜਾਗਦਿਆਂ ਦਾ ਸੁਪਨਾ ਜਿਹੜੇ ਹੁਣ ਅਸੀਂ ਲੈ ਰਹੇ ਹਾਂ। ਘਰ ਸਾਂ, ਉੱਥੋਂ ਗੁਰਦੁਆਰੇ ਦਾ ਸੁਪਨਾ ਲਿਆ, ਚੱਲੀਏ। ਇੱਥੇ ਆ ਗਏ, ਇੱਥੋਂ ਹੁਣ ਸੁਪਨਾ ਘਰ ਦਾ ਹੁੰਦਾ, ਉੱਥੇ ਚੱਲੀਏ। ਇਹ ਸੁਪਨੇ ਨੇ ਸਾਡੇ ਅੰਦਰ। ਪਹਿਲੀ ਅਵਸਥਾ ਵਿੱਚ ਬਹੁਤਾ ਸੰਸਾਰ ਵਿਚਰਦਾ ਹੈ, ਵਿਚਾਰਾਂ ਦੇ ਸੁਪਨਿਆਂ ਵਿੱਚ ਤੁਰਿਆ ਰਹਿੰਦਾ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਪਹਿਲੀ ਦਸ਼ਾ ਵਿੱਚ ਬਹੁਤਾ ਸੰਸਾਰ ਵਿਚਰਦਾ। ਦੂਸਰੀ ਹੈ ਸੁਪਨ ਤੋਂ ਬਾਅਦ ਸੁਖੋਪਤ। ਸੁਖੋਪਤ ਦਾ ਮਤਲਬ ਹੈ ਜਿੱਥੇ ਜਾ ਕੇ ਗਹਿਰੀ ਨੀਂਦ ਆਉਂਦੀ ਹੈ ਤੇ ਮਨ ਟਿਕ ਜਾਂਦਾ, ਆਦਮੀ ਟਿਕਿਆ ਰਹਿੰਦਾ। ਇਸ ਤਰ੍ਹਾਂ ਦੇ ਥੋੜ੍ਹੇ ਜਿਹੇ ਆਦਮੀ ਤੁਹਾਨੂੰ ਸੰਸਾਰ ਵਿੱਚ ਮਿਲਣਗੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਭੱਜ ਦੌੜ ਨਹੀਂ ਬਹੁਤੀ, ਟਿਕੇ ਹੋਏ ਨੇ, ਆਨੰਦ ਵਿੱਚ ਰਹਿੰਦੇ ਨੇ। ਨਾ ਧਰਮੀ ਨੇ, ਨਾ ਸੰਸਾਰੀ ਭੱਜ ਦੌੜੋ, ਨਾ ਸੰਤੋਖ ਵਿੱਚ ਰਹਿੰਦੇ। ਤੀਸਰੀ ਹੈ ਤੁਰੀਆ। ਤੁਰੀਆ ਦੇ ਅਰਥ ਨੇ ਜਿਹੜੇ ਗੁਰਮੁਖ ਨਾਮ ਜਪ ਕੇ ਸ਼ਬਦ ਨਾਲ ਸਾਂਝ ਪਾ ਲੈਂਦੇ ਨੇ। ਉਹ ਤੀਜੀ ਅਵਸਥਾ ਹੈ। ਤੇ ਉਹਦੇ ਤੋਂ ਅੱਗੇ ਜਦੋਂ ਬਿਲਕੁਲ ਰੱਬ ਦੇ ਚਰਨਾਂ ਵਿੱਚ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ ਹੋ ਜਾਂਦੇ ਨੇ, ਉਹਦੇ ਵਿੱਚ ਮਿਲ ਜਾਂਦੇ। ਜੋਤੀ ਜੋਤ ਮਿਲੀ ਸੰਪੂਰਨ ਹੋਵਾ ਰਾਮ। ਉਸ ਅਵਸਥਾ ਨੂੰ ਚੌਥੀ ਅਵਸਥਾ ਕਹਿੰਦੇ ਨੇ। ਜਿਹੜਾ ਮਨੁੱਖ ਉਸ ਅਵਸਥਾ ਵਿੱਚ ਚਲਾ ਗਿਆ, ਉਹਦੇ ਜੀਵਨ ਦੀ ਦਸ਼ਾ ਕਿਵੇਂ ਦੀ ਬਣਦੀ ਹੈ, ਉਹ ਅੱਜ ਦੀ ਸਾਰੀ ਅਸ਼ਟਪਦੀ ਵਿੱਚ ਆਪਾਂ ਵਿਚਾਰਾਂਗੇ। ਕਿਵੇਂ ਰਹਿੰਦਾ ਹੈ, ਕਿਵੇਂ ਸੋਚਦਾ ਹੈ, ਕਿਵੇਂ ਵਿਚਰਦਾ ਹੈ। ਤੇ ਸਤਿਗੁਰੂ ਇਸ ਸ਼ਲੋਕ ਵਿੱਚ ਸਭ ਤੋਂ ਪਹਿਲਾਂ ਕਿਰਪਾ ਕਰਦੇ ਹਨ। ਸਾਹਿਬ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆ। ਸਰਗੁਣ ਦੇ ਅਰਥ ਨੇ ਜੋ ਸਾਹਮਣੇ ਦਿਸਦਾ,
ਨਿਰਗੁਣ ਦੇ ਅਰਥ ਨੇ ਜੋ ਹੈ ਤੇ ਨਜ਼ਰ ਨਹੀਂ ਆਉਂਦਾ। ਨਿਰੰਕਾਰ ਜਿਹੜਾ ਬਿਲਕੁਲ ਹੀ ਸੂਖਸ਼ਮ, ਜਿਹੜਾ ਭਾਸਦਾ ਵੀ ਨਹੀਂ। ਇਹ ਤਿੰਨ ਅਵਸਥਾ ਅਕਾਲ ਪੁਰਖ ਦੀਆਂ ਨੇ ਤੇ ਇਹਨਾਂ ਤਿੰਨਾਂ ਵਿੱਚ ਹੀ ਭਗਤ ਜਨ ਪਹੁੰਚ ਜਾਂਦੇ ਨੇ। ਜਿਵੇਂ ਮੈਂ ਉਦਾਹਰਨ ਦੇ ਦਿਆਂ, ਕਬੀਰ ਜੀ ਨੇ ਇੱਕ ਸ਼ਲੋਕ ਕਿਹਾ ਆਪਣੀ ਬਾਣੀ ਵਿੱਚ। ਉਹਨਾਂ ਨੂੰ ਕਿਸੇ ਪੁੱਛਿਆ ਵੀ ਕਹਿ ਕੇ ਸਮਝਾਓ ਤੁਸੀਂ ਕਿਵੇਂ ਰੱਬ ਨੂੰ ਮਿਲੇ। ਬੜੀਆਂ ਕਹਾਣੀਆਂ ਨੇ, ਲੋਕ ਸੁਣਾਉਂਦੇ ਨੇ, ਪਰਮਾਤਮਾ ਆਇਆ, ਮੈਨੂੰ ਉਹਦੇ ਦਰਸ਼ਨ ਹੋਏ, ਉਹਨੇ ਮੈਨੂੰ ਇਹ ਕਿਹਾ ਵੀ ਤੂੰ ਇੰਨਾ ਪ੍ਰਸ਼ਾਦਾ ਛਕਿਆ ਕਰ, ਇਹ ਕਰਿਆ ਕਰ। ਸਭ ਮਨੋ ਕਲਪਿਤ ਘਟਨਾਵਾਂ ਸੁਣਾਈਆਂ ਜਾਂਦੀਆਂ। ਕਬੀਰ ਜੀ ਨੂੰ ਕਿਸੇ ਪੁੱਛਿਆ ਤੁਸੀਂ ਦੱਸੋ ਤੁਹਾਨੂੰ ਕਿਵੇਂ ਮਿਲਿਆ। ਉਹਨਾਂ ਨੇ ਇੱਕ ਉਦਾਹਰਨ ਦਿੱਤੀ, ਕਹਿੰਦੇ ਤੁਸੀਂ ਕਦੀ ਵੇਖਿਆ ਹੋਣਾ ਹੈ ਆਕਾਸ਼ ਵਿੱਚੋਂ ਜਦੋਂ ਮੀਂਹ ਪੈਂਦਾ ਹੈ ਤੇ ਮੀਂਹ ਵਿੱਚ ਕਈ ਵਾਰੀ ਔਲੇ ਪੈਂਦੇ ਨੇ, ਓਰਾ ਉਹਨਾਂ ਨੂੰ ਕਹਿੰਦੇ ਨੇ, ਜਾਂ ਆਪਾਂ ਗੜੇ ਕਹਿੰਦੇ ਆ। ਬਰਫ਼ ਦੇ ਟੁਕੜੇ ਡਿੱਗਦੇ ਨੇ ਜਿਹਦੇ ਨਾਲ ਫਸਲ ਵੀ ਖਰਾਬ ਹੋ ਜਾਂਦੀ। ਆਕਾਸ਼ ਵਿੱਚੋਂ ਕਈ ਵਾਰੀ ਬਰਫ਼ ਡਿੱਗਦੀ ਮੀਂਹ ਦੇ ਰੂਪ ਵਿੱਚ, ਉਹਨੂੰ ਓਰਾ ਕਹਿੰਦੇ ਨੇ। ਕਬੀਰ ਜੀ ਕਹਿੰਦੇ ਤੁਸੀਂ ਕਦੀ ਓਰਾ ਵੇਖਿਆ ਹੋਵੇਗਾ। ਓਰਾ ਜਿਹੜਾ ਨਾ ਬਰਫ਼ ਪਾਣੀ ਦੀ ਬਣਦੀ ਹੈ, ਜਦੋਂ ਪਾਣੀ ਜੰਮ ਜਾਂਦਾ ਉਹਦੀ ਬਰਫ਼ ਬਣਦੀ ਹੈ। ਕਹਿੰਦੇ ਨੇ ਜਦੋਂ ਬਰਫ਼ ਜ਼ਮੀਨ ਤੇ ਡਿੱਗਦੀ ਹੈ ਤੇ ਸੂਰਜ ਦੀ ਧੁੱਪ ਨਾਲ ਪਿਘਲ ਕੇ ਫਿਰ ਪਾਣੀ ਬਣ ਜਾਂਦੀ ਹੈ ਤੇ ਜਿੱਥੋਂ ਪੈਦਾ ਹੋਈ ਸੀ ਉੱਥੇ ਚਲੀ ਜਾਂਦੀ, ਪਾਣੀ ਦੇ ਵਿੱਚ ਮਿਲ ਜਾਂਦੀ। ਉਹਨਾਂ ਦਾ ਇੱਕ ਸ਼ਲੋਕ ਹੈ ਕਿ ਕਬੀਰ ਭਲੀ ਭਈ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ, ਓਰਾ ਗਰ ਪਾਣੀ ਹੁਆ। ਓਰਾ ਦੇ ਅਰਥ ਨੇ ਗੜਾ, ਉਹ ਬਰਫ਼ ਦਾ ਟੁਕੜਾ ਜਿਹੜਾ ਮੀਂਹ ਵਿੱਚ ਡਿੱਗਿਆ। ਗਰ ਦਾ ਅਰਥ ਹੈ ਗਲ ਗਿਆ, ਪਾਣੀ ਬਣ ਗਿਆ। ਪਾਣੀ ਹੁਆ, ਪਾਣੀ ਬਣ ਗਿਆ। ਜਾਏ ਮਿਲਿਓ ਢਲ, ਢਲ ਕੇ ਵਹਿ ਕੇ। ਕੂਲ ਦਾ ਅਰਥ ਹੈ ਝਰਨੇ ਵਿੱਚ, ਪਾਣੀ ਦੇ ਵਿੱਚ ਮਿਲਿਆ, ਜਿੱਥੋਂ ਪੈਦਾ ਹੋਇਆ ਸੀ ਉੱਥੇ ਚਲਾ ਗਿਆ। ਇਹ ਤਿੰਨ ਦਸ਼ਾ ਦਸੀਆਂ ਨੇ। ਜਿਵੇਂ ਕਿ ਸਾਧ ਸੰਗਤ ਹਵਾ ਦਿਸਦੀ ਨਹੀਂ, ਆ ਵੇਖੋ ਇੱਥੇ ਹਵਾ ਵਗਦੀ ਹੈ, ਹਵਾ ਦੇ ਵਿੱਚ ਪਾਣੀ ਹੈ, ਪਰ ਇੱਥੇ ਆਪਾਂ ਹਵਾ ਨੂੰ ਚਾਹੀਏ ਨਾ ਪਾਣੀ ਵਿੱਚ ਗਲਾਸ ਵਿੱਚ ਪਾ ਕੇ ਪੀ ਲਈਏ ਤੇ ਇਹ ਦਿਸਣ ਵਿੱਚ ਨਹੀਂ ਆਉਂਦਾ। ਇਹ ਚੀਜ਼ ਸ਼ਬਦ ਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸ਼ਬਦ ਹੈ ਨਾ, ਸ਼ਬਦ ਦਾ ਜਿਹੜਾ ਪਹਿਲਾ ਰੂਪ ਹੈ ਨਾ, ਬਿਲਕੁਲ ਉਹ ਨਹੀਂ ਦਿਸਦਾ। ਫਿਰ ਇਹਦੇ ਤੋਂ ਅੱਗੇ ਕਹਿੰਦੇ ਪਾਣੀ ਦੇ ਹਵਾ ਦੇ ਵਿੱਚੋਂ ਬਣਦਾ ਪਾਣੀ। ਹਵਾ ਨਾਲ ਬੱਦਲ ਬਣਦਾ ਹੈ, ਉਹਦੇ ਨਾਲ ਫਿਰ ਪਾਣੀ ਬਣਦਾ ਹੈ ਤੇ ਪਾਣੀ ਨੂੰ ਜਦੋਂ ਤੁਸੀਂ ਫਰਿੱਜ ਕਰਦੇ ਹੋ ਉਹਦੀ ਬਰਫ਼ ਬਣ ਜਾਂਦੀ। ਇਹ ਤਿੰਨ ਅਵਸਥਾਵਾਂ ਨੇ ਪਾਣੀ ਦੀਆਂ ਵੱਖਰੀਆਂ ਵੱਖਰੀਆਂ। ਇੱਕ ਹਵਾ, ਦੂਜਾ ਪਾਣੀ ਤੇ ਤੀਜਾ ਬਰਫ਼। ਹੁਣ ਬਰਫ਼ ਨੂੰ ਹੱਥ ਵਿੱਚ ਫੜਿਆ ਜਾ ਸਕਦਾ, ਪਾਣੀ ਹੱਥ ਵਿੱਚ ਨਹੀਂ ਫੜਿਆ ਜਾ ਸਕਦਾ, ਉਹਨੂੰ ਭਾਂਡੇ ਵਿੱਚ ਪਾਉਣਾ ਪੈਂਦਾ। ਤੇ ਹਵਾ ਨਾ ਹੱਥ ਵਿੱਚ ਫੜੀ ਜਾ ਸਕਦੀ ਹੈ, ਨਾ ਭਾਂਡੇ ਵਿੱਚ ਪਾਈ ਜਾ ਸਕਦੀ ਹੈ। ਇਸੇ ਤਰ੍ਹਾਂ ਜਿਵੇਂ ਸਾਡੇ ਸਾਹਮਣੇ ਗੁਰੂ ਕਾ ਸ਼ਬਦ ਗੁਰਬਾਣੀ ਦੇ ਰੂਪ ਵਿੱਚ ਲਿਖਿਆ ਹੋਇਆ ਹੈ ਨਾ, ਇਹ ਇਸ ਤਰ੍ਹਾਂ ਜਿਵੇਂ ਪਰਮਾਤਮਾ ਦਾ ਨਾਮ ਬਰਫ਼ ਬਣ ਗਿਆ, ਇਹਨੂੰ ਅਸੀਂ ਫੜ ਸਕਨੇ ਹਾਂ। ਇਹ ਸਾਡੇ ਸਾਹਮਣੇ ਹੈ, ਅਸੀਂ ਇਹਨਾਂ ਸ਼ਬਦਾਂ ਨੂੰ ਫੜ ਕੇ ਪੱਤਰੇ ਪੜ੍ਹ ਸਕਨੇ ਹਾਂ। ਇਹ ਬਰਫ਼ ਦਾ ਰੂਪ ਹੈ। ਤੇ ਇਹਦਾ ਦੂਸਰਾ ਰੂਪ ਹੈ ਪਾਣੀ। ਜਦੋਂ ਸਿੱਖ ਇਹਨੂੰ ਪੜ੍ਹਦਾ ਹੈ ਨਾ, ਉਹ ਥੋੜ੍ਹਾ ਜਿਹਾ ਸੂਖਸ਼ਮ ਹੋ ਜਾਂਦਾ ਹੈ ਤੇ ਫਿਰ ਜਦੋਂ ਇਹਦੇ ਭਾਵ ਨੂੰ ਅੰਦਰ ਟਿਕਾ ਲੈਂਦਾ, ਉਹ ਬਿਲਕੁਲ ਹਵਾ ਵਰਗਾ ਹੋ ਜਾਂਦਾ। ਤਾਂ ਹੀ ਕਿਹਾ ਸੀ ਪਵਨ ਗੁਰੂ। ਪਵਨ ਗੁਰੂ ਪਾਣੀ ਪਿਤਾ, ਗੁਰੂ ਪਵਨ ਵਰਗਾ ਹੋ ਗਿਆ, ਹਵਾ ਵਰਗਾ ਹੋ ਗਿਆ। ਇਸ ਕਰਕੇ ਤਿੰਨ ਅਵਸਥਾਵਾਂ ਨੇ। ਇਹਨਾਂ ਵਿੱਚ ਸਰਗੁਣ ਦਿਸਣ ਵਾਲਾ ਅਕਾਲ ਪੁਰਖ, ਨਿਰਗੁਣ ਜੋ ਨਹੀਂ ਦਿਸਦਾ ਪਰ ਹੈ, ਨਿਰੰਕਾਰ ਜੋ ਬਿਲਕੁਲ ਹੀ ਸੂਖਸ਼ਮ ਸਰੂਪ ਹੈ। ਤੇ ਫਿਰ ਕਹਿੰਦੇ ਸੁੰਨ ਸਮਾਧੀ ਆਪ, ਉਹ ਸੁੰਨ ਸਮਾਧੀ ਵਿੱਚ ਰਹਿੰਦਾ ਹੈ। ਸੁੰਨ ਦੇ ਵਿੱਚ, ਸਮਾਧੀ ਵਿੱਚ ਭਾਵ ਟਿਕਿਆ ਹੋਇਆ, ਕਦੀ ਚੱਲਦਾ ਨਹੀਂ, ਨਾ ਉਹਦਾ ਜਨਮ, ਨਾ ਉਸ ਦੀ ਕੋਈ ਉਮਰ ਹੈ, ਨਾ ਉਸ ਦਾ ਕੋਈ ਸਰੀਰ। ਇਸ ਤਰ੍ਹਾਂ ਦੀ ਉਹਦੀ ਅਵਸਥਾ ਹੈ। ਹਜ਼ੂਰ ਕਹਿੰਦੇ ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਉਹਨੇ ਆਪਣੇ ਆਪ ਨੂੰ ਆਪ ਹੀ ਬਣਾਇਆ। ਆ ਜਿਹੜਾ ਸੰਸਾਰ ਹੈ ਉਹਦਾ ਆਪਣੇ ਰੂਪ ਹੈ, ਉਹਦੀ ਆਪਣੀ ਦੇਹ ਹੈ। ਇਸ ਦੇਹ ਨੂੰ, ਇਸ ਸੰਸਾਰ ਨੂੰ ਉਹਨੇ ਆਪ ਹੀ ਪੈਦਾ ਕੀਤਾ, ਆਪ ਹੀ ਬਣਾਇਆ। ਹਜ਼ੂਰ ਕਹਿੰਦੇ ਆਪਨ ਕੀਆ ਨਾਨਕਾ,
आपे ही फिर जाप, ते आप ही अपने आप ਨੂੰ ਸਾਧੂ ਹੋ ਕੇ ਜਪ ਰਿਹਾ ਹੈ। ਗੁਰਮੁਖ ਹੋ ਕੇ ਆਪਣਾ ਜਾਪ ਆਪ ਹੀ ਜਪੀ ਜਾਂਦਾ ਹੈ। ਅਗਲੇ ਸਾਰੇ ਹੀ ਸ਼ਬਦ ਉਸ ਬ੍ਰਹਮ ਗਿਆਨੀ ਦੇ ਮਨ ਦੀ ਦਸ਼ਾ ਹੈ, ਜਿਨੇ ਇਸ ਐਸੇ ਅਕਾਲ ਪੁਰਖ ਦੇ ਨਾਲ ਸਾਂਝ ਪਾ ਲਈ। ਹਜ਼ੂਰ ਕਹਿੰਦੇ ਜਬ ਆਕਾਰ ਇਹ ਕੱਛ ਨਾ ਦ੍ਰਿਸ਼ਟੇਤਾ, ਕਿਉਂਕਿ ਹੁਣ ਅਸੀਂ ਆਕਾਰ ਵਿੱਚ ਹਾਂ, ਸਾਡੀ ਤਸਵੀਰ ਖਿੱਚੀ ਜਾਂਦੀ, ਸਾਡੇ ਅੰਦਰ ਵੀ ਕੁਝ ਆਕਾਰ ਬਣਦੇ ਨੇ। ਜਿਵੇਂ ਕੱਲ ਮੈਂ ਬੇਨਤੀ ਕੀਤੀ ਸੀ, ਇੱਕ ਦੁਕਾਨ ਅਸੀਂ ਬਾਹਰ ਚਲਾਉਂਦੇ ਹਾਂ, ਉਹ ਹੀ ਦੁਕਾਨ ਸੂਖਸ਼ਮ ਹੋ ਕੇ ਸਾਡੇ ਅੰਦਰ ਟਿਕ ਜਾਂਦੀ, ਤਸਵੀਰ ਬਣ ਕੇ। ਪਰ ਜਿਉਂ-ਜਿਉਂ ਅਸੀਂ ਅਕਾਲ ਪੁਰਖ ਦੇ ਨਾਮ ਨਾਲ ਜੁੜਨੇ ਹਾਂ, ਤਿਉਂ-ਤਿਉਂ ਸਾਡੇ ਵਿੱਚੋਂ ਸਾਰੇ ਆਕਾਰ ਟੁੱਟਦੇ ਜਾਂਦੇ ਨੇ ਤੇ ਅਸੀਂ ਨਿਰ ਆਕਾਰ ਹੁੰਦੇ ਜਾਵਾਂਗੇ। ਅਜੇ ਅਸੀਂ ਆਕਾਰ ਵਿੱਚ ਹਾਂ। ਸਾਡਾ ਮਨ ਜਿਹੜਾ ਹੈ ਉਹ ਵੀ ਆਕਾਰ ਵਿੱਚ, ਉਹਦੇ ਵੀ ਕਈ ਰੂਪ ਨੇ। ਕਬੀਰ ਸਾਹਿਬ ਕਹਿੰਦੇ ਜੋ ਮੈਂ ਰੂਪ ਕੀਏ ਬਹੁ ਤੇਰੇ, ਅਬ ਕਛ ਰੂਪ ਨਾ ਹੋਈ। ਹੁਣ ਕੋਈ ਰੂਪ ਨਹੀਂ ਰਿਹਾ। ਵੇਖੋ ਕਿੰਨੇ ਆਕਾਰ ਨੇ ਸਾਡੇ। ਅਸੀਂ ਕਿਸੇ ਮਾਂ ਦੇ ਪੁੱਤਰ ਹਾਂ, ਇੱਕ ਪੁੱਤਰ ਵਾਲਾ ਆਕਾਰ ਸਾਡੇ ਮਨ ਵਿੱਚ ਬਣਿਆ। ਜਦੋਂ ਉਹਦੇ ਕੋਲ ਜਾਈਏ ਤੇ ਪੁੱਤਰ ਰੂਪ, ਕਿਤੇ ਪਤੀ ਰੂਪ, ਕਿਤੇ ਪਿਤਾ ਰੂਪ, ਕਿਤੇ ਹੋਰ ਕੋਈ ਰੂਪ ਧਾਰਨ ਕਰ ਜਾਂਦੇ। ਕਿੰਨੇ ਆਕਾਰ ਸਾਡੇ ਵਿੱਚ ਬਣੇ ਹੋਏ ਨੇ। ਕਿਤੇ ਅਸੀਂ ਕਿਸੇ ਅਹੁਦੇ ਤੇ ਕੰਮ ਕਰਨੇ ਆ, ਉਸ ਅਹੁਦੇ ਦਾ ਸਾਡੇ ਵਿੱਚ ਆਕਾਰ ਬਣਦਾ ਹੈ। ਇਹ ਕਈ ਪ੍ਰਕਾਰ ਦੇ ਆਕਾਰ ਨੇ। ਤੇ ਜਦੋਂ ਉਸ ਨਿਰੰਕਾਰ ਜੋ ਆਕਾਰ ਤੋਂ ਰਹਿਤ ਹੈ ਉਹਦਾ ਨਾਮ ਜਪਿਆ ਜਾਂਦਾ ਹੈ ਤੇ ਉਹ ਇਹਨਾਂ ਸਾਰੇ ਆਕਾਰਾਂ ਨੂੰ ਮਿਟਾਉਣ ਲੱਗ ਪੈਂਦਾ, ਇਹਨਾਂ ਨੂੰ ਸੂਖਸ਼ਮ ਕਰੀ ਜਾਂਦਾ, ਇਹਨਾਂ ਨੂੰ ਖਤਮ ਕਰੀ ਜਾਂਦਾ ਹੈ, ਕਿਉਂਕਿ ਉਹਨੇ ਸਾਨੂੰ ਨਿਰੰਕਾਰ ਕਰਨਾ ਹੈ। ਤੇ ਜਦੋਂ ਅਸੀਂ ਨਿਰੰਕਾਰ ਹੋਵਾਂਗੇ ਤਾਂ ਨਿਰੰਕਾਰ ਨਾਲ ਜੁੜਾਂਗੇ। ਇਹ ਸੱਚ ਹੈ ਨਾ। ਕਿਸੇ ਨੇ ਬਹੁਤ ਸੁੰਦਰ ਕਿਹਾ, ਕਹਿੰਦੇ ਧਾਰਮਿਕ ਜਗਤ ਦੀ ਸਭ ਤੋਂ ਵੱਡੀ ਗਲਤੀ ਕਿਹੜੀ? ਬਹੁਤ ਸੁੰਦਰ ਸ਼ਬਦ ਨੇ, ਧਿਆਨ ਨਾਲ ਸੁਣਨਾ। ਧਾਰਮਿਕ ਜਗਤ ਦੀ ਸਭ ਤੋਂ ਵੱਡੀ ਗਲਤੀ ਕਿਹੜੀ ਹੈ? ਉਹ ਕਹਿੰਦੇ ਨੇ ਸਭ ਤੋਂ ਵੱਡੀ ਗਲਤੀ ਐਸੀ ਹੈ ਜਿਹਦੇ ਨਾਲ ਜੁੜਨਾ ਹੈ ਉਹਦਾ ਆਕਾਰ ਕੋਈ ਨਹੀਂ, ਤੇ ਜਿਹੜਾ ਜੁੜਨਾ ਚਾਹੁੰਦਾ ਉਹ ਕਹਿੰਦਾ ਮੈਂ ਆਕਾਰ ਵਿੱਚ ਜੁੜਾਂ, ਉਹਨੂੰ ਆਕਾਰ ਵਿੱਚ ਵੇਖਾਂ, ਆਕਾਰ ਨਾਲ ਜੁੜਾਂ। ਇਹ ਸਭ ਤੋਂ ਵੱਡੀ ਗਲਤੀ। ਇਸ ਕਰਕੇ ਸਾਰੀ ਉਮਰ ਧਾਰਮਿਕ ਮਨੁੱਖ ਸਾਧਨਾ ਕਰਦਾ ਰਹਿੰਦਾ ਹੈ, ਉਹ ਕਿਸੇ ਆਕਾਰ ਦੀ ਖੋਜ ਕਰਦਾ ਰਹਿੰਦਾ ਅੰਦਰੋਂ, ਉਹ ਲੱਭਦਾ ਨਹੀਂ, ਨਾ ਉਹ ਆਕਾਰ ਵਿੱਚ ਹੈ। ਤਾਂ ਫਿਰ ਆਪਣੇ ਮਨੋਕਲਪਿਤ ਆਕਾਰ ਅਸੀਂ ਖੜੇ ਕਰ ਲੈਂਦੇ ਹਾਂ। ਇਸ ਤਰ੍ਹਾਂ ਉਹ ਨਿਰੰਕਾਰ ਹੈ। ਪਾਣੀ ਦੇ ਵਿੱਚ ਪਾਣੀ ਮਿਲ ਸਕਦਾ, ਲੱਕੜ ਨਹੀਂ ਮਿਲ ਸਕਦੀ। ਲੱਕੜ ਦੇ ਵਿੱਚ ਲੱਕੜ ਜੋੜੀ ਜਾ ਸਕਦੀ, ਪਾਣੀ ਨਹੀਂ ਉਹਦੇ ਵਿੱਚ ਪਾਇਆ ਜਾ ਸਕਦਾ। ਇਸੇ ਤਰ੍ਹਾਂ ਜਿਹੜੇ ਉਹਦੇ ਚਰਨਾਂ ਨਾਲ ਜੁੜੇ ਨੇ, ਸਭ ਤੋਂ ਪਹਿਲਾਂ ਉਹਨਾਂ ਦੇ ਆਕਾਰ ਖਤਮ ਹੋ ਗਏ, ਉਹਨਾਂ ਦੇ ਅੰਦਰ ਦੇ ਵਿਚਾਰ ਖਤਮ ਹੋ ਗਏ। ਆਕਾਰ ਦਾ ਅਰਥ ਵਿਚਾਰ ਖਤਮ ਹੋ ਗਏ, ਅੰਦਰੋਂ ਇੱਕ ਹੋ ਗਏ। ਉਹਨਾਂ ਦਾ ਆਕਾਰ ਕੱਛ ਨਾ ਦ੍ਰਿਸ਼ਟੇਤਾ, ਅੰਦਰੋਂ ਕੋਈ ਵੀ ਆਕਾਰ ਨਜ਼ਰ ਨਹੀਂ ਆਉਂਦਾ। ਅੰਦਰ ਬਿਲਕੁਲ ਸੁੰਨ, ਅੰਦਰ ਬਿਲਕੁਲ ਖਾਲੀ ਹੋ ਗਿਆ। ਤੇ ਜਦੋਂ ਅੰਦਰ ਆਕਾਰ ਤੋਂ ਰਹਿਤ ਹੋ ਗਿਆ, ਉਹਦੇ ਤੋਂ ਬਾਅਦ ਕਹਿੰਦੇ ਪਾਪ ਪੁੰਨ ਤਬ ਕਹਤੇ ਹੋਤਾ। ਜਦੋਂ ਅੰਦਰ ਹੋ ਗਿਆ ਨਾ ਕਾਮਨਾ ਤੋਂ ਰਹਿਤ, ਤੇ ਹੁਣ ਉਹ ਜਿਹੜਾ ਕੰਮ ਕਰਦਾ ਨਾ ਉਹਦੇ ਵਿੱਚੋਂ ਪਾਪ ਨਾ ਪੁੰਨ, ਕਿਉਂਕਿ ਦੋਵੇਂ ਚੀਜ਼ਾਂ ਮਨੁੱਖ ਨੂੰ ਬੰਨ੍ਹਦੀਆਂ ਨੇ। ਪਾਪ ਵੀ ਇਹਨੂੰ ਬੰਧਨ ਵਿੱਚ ਪਾਉਂਦਾ ਹੈ ਤੇ ਪੁੰਨ ਵੀ ਇਸ ਨੂੰ ਬੰਧਨ ਵਿੱਚ ਪਾਉਂਦਾ ਹੈ। ਤੇ ਜਦੋਂ ਅੰਦਰਲਾ ਆਕਾਰ ਤੋਂ ਰਹਿਤ ਹੋ ਗਿਆ, ਕਾਮਨਾ ਤੋਂ ਰਹਿਤ ਹੋ ਗਿਆ, ਤੇ ਉਸ ਵੇਲੇ ਜਿਹੜਾ ਵੀ ਕਰਮ ਕਰਦਾ ਹੈ, ਇਹ ਮਨੁੱਖ ਜੋ ਵੀ ਕਰਮ ਕਰੇਗਾ ਉਸ ਕਰਮ ਦੇ ਬੰਧਨ ਉਹਨੂੰ ਨਹੀਂ ਪੈਣਗੇ, ਉਹਨਾਂ ਦਾ ਹਿਸਾਬ ਉਹਨੂੰ ਨਹੀਂ ਦੇਣਾ ਪਏਗਾ। ਫਿਰ ਉਹਦੇ ਤੋਂ ਨਾ ਪਾਪ ਹੋਵੇਗਾ, ਜੋ ਕਰੇਗਾ ਪਾਪ ਨਹੀਂ ਹੋਵੇਗਾ, ਪੁੰਨ ਨਹੀਂ ਹੋਵੇਗਾ। ਸਿਰਫ ਉਹ ਕਰਮ ਕਰਤ ਹੋਵੇ ਨੇ ਕਰਮ ਦੀ ਦਸ਼ਾ ਵਿੱਚ ਚਲਾ ਜਾਏਗਾ। ਫਿਰ ਕਹਿੰਦੇ ਜਬ ਧਾਰੀ ਆਪਨ ਸੁਨ ਸਮਾਦ, ਇਹਨੂੰ ਕਹਿੰਦੇ ਸੁਨ ਸਮਾਦ। ਗੁਰਬਾਣੀ ਵਿੱਚ ਇਹ ਸ਼ਬਦ ਬਹੁਤ ਥਾਵਾਂ ਤੇ ਆਇਆ। ਸਮਾਧੀ ਯੋਗੀਆਂ ਵਿੱਚ ਵੀ ਹੈ। ਉਹ ਨਿਰਵਿਕਲਪ ਸਮਾਧੀ ਲਾਉਂਦੇ ਨੇ ਸਰੀਰ ਨੂੰ ਰੋਕ ਕੇ। ਗੁਰਮਤਿ ਵਿੱਚ ਦੋਵੇਂ ਪ੍ਰਕਾਰ ਦੀਆਂ ਸਮਾਧੀਆਂ ਦਾ ਜ਼ਿਕਰ ਆਉਂਦਾ ਹੈ। ਜਿਵੇਂ ਕਿ ਯੋਗੀ ਲੋਕ ਨੇ, ਉਹ ਧਿਆਨ ਦੁਆਰਾ ਆਪਣੇ ਅੰਦਰ ਸਮਾਧੀ ਲਾ ਲੈਂਦੇ ਨੇ, ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ, ਸਰੀਰ ਦੀ ਗਰਮੀ ਠੰਡ ਤੋਂ ਉੱਚੇ ਹੋ ਜਾਂਦੇ ਨੇ। ਪਰ ਉਹਦੇ ਵਿੱਚ ਇੱਕ ਨੁਕਸ ਰਹਿੰਦਾ ਹੈ। ਉਹ ਨੁਕਸ ਇਹ ਹੈ
कि समाधि वो शरीर नूं सोध के किसी कर्म द्वारा अंदर शरीर का श्वास उन्होंने ध्यान विच ला के किसी तरह शरीर नूं रोक लेंदे ने। समय की उन्होंने खबर नहीं रहिंदी, एक आनंद जै विच, एक नशे विच, अवेश विच रहन लग पैंदे। पर उन्हां दे अंदर जिहड़े मन दे विच विचार ने ना, उहदी शुद्धता नहीं आउंदी, वो धो नहीं सकदे उसनूं। एक वो समाधि है, सतगुरां ने उहनूं प्रवान नहीं कीता। हजूर ने कहा, जिस वेले मेरे सिख दे जीवन विच शुभ कर्म करदियां करदियां, गुरबाणी नाल जुड़ के जीवन जिउंदियां, नाम की आराधना करदियां, सेवा करदियां इहदा मन शुद्ध हो जाएगा ना, ते उस शुद्धता तो बाद ये भावें शरीर करके तुरी भी जाएगा, इहदे अंदर समाधि लगी रहेगी, इहदा ध्यान आपे टिकिया रहेगा। इनू लाउण की जरूरत नहीं पैगी, इनू शरीर रोकण की लोड़ नहीं पैगी। हाँ, किसी खास समय विच अपने अंदर का सुधार करने वास्ते कदी कदी गुरसिखां ने समयबद्ध बैठ के सिमरन कीता है, बाणी का अभ्यास किया है, वो गुरमत विच प्रवान है। पर वो कुछ समा करन तो बाद फिर कर्मशील हो जाते हैं, यानी कि शरीर के तौर पर तुरदे फिरदे खांदे पींदे रहिंदे ने। इस तरह कहंदे जिहड़े गुरमुखां दे जीवन विच सुन समाधि का मतलब है, जिन्हां दा मन गुरु के शब्द विच टिकन लग पैंदा है, उन्हां दी की निशानी है। हजूर कहंदे, तब बैर विरोध किस संग कमात। फिर कहंदे वो वैर विरोध किहदे नाल करनगे? वैर विरोध उन्हां तो हुंदा ही नहीं। वैर विरोध करन वाले उन्हां दे शस्त्र ही कोई नहीं रहिंदे कोल। जे करना भी चाहण वो किसी नाल वैर कर ही नहीं सकते, क्योंकि वैर करन वास्ते दुश्मन चाहिदा है, द्वैत चाहिदी, क्रोध चाहिदा है, लोभ चाहिदा है। वो सारियां चीज़ां उन्हां विचों खत्म हो गईयां, वो वैर कमाउंदे नहीं। हाँ, कई बारी वक्ती तौर पर इंज लगता है वो किसी नाल वैर करते हैं, क्योंकि शरीर विच ने ना, संसार विच विचरना है, इत्थे कोई ना कोई झगड़ा, कोई ना कोई द्वैत जरूर आउंदी है। अंदरों एक हो गए, उन्हां दा आकार कछ ना दृष्टेता, अंदरों कोई भी आकार नज़र नहीं आउंदा, अंदर बिल्कुल सुन, अंदर बिल्कुल खाली हो गया। ते जदों अंदर आकार तो रहत हो गया, ਉਹਦੇ ਤੋਂ ਬਾਅਦ ਕਹਿੰਦੇ ਪਾਪ ਪੁੰਨ ਤਬ ਕਹਤੇ ਹੋਤਾ। ਜਦੋਂ ਅੰਦਰ ਹੋ ਗਿਆ ਨਾ ਕਾਮਨਾ ਤੋਂ ਰਹਿਤ, ਤੇ ਹੁਣ ਉਹ ਜਿਹੜਾ ਕੰਮ ਕਰਦਾ ਨਾ ਉਹਦੇ ਵਿੱਚੋਂ ਪਾਪ ਨਾ ਪੁੰਨ, ਕਿਉਂਕਿ ਦੋਵੇਂ ਚੀਜ਼ਾਂ ਮਨੁੱਖ ਨੂੰ ਬੰਨ੍ਹਦੀਆਂ ਨੇ। ਪਾਪ ਵੀ ਇਹਨੂੰ ਬੰਧਨ ਵਿੱਚ ਪਾਉਂਦਾ ਹੈ ਤੇ ਪੁੰਨ ਵੀ ਇਸ ਨੂੰ ਬੰਧਨ ਵਿੱਚ ਪਾਉਂਦਾ ਹੈ। ਤੇ ਜਦੋਂ ਅੰਦਰਲਾ ਆਕਾਰ ਤੋਂ ਰਹਿਤ ਹੋ ਗਿਆ, ਕਾਮਨਾ ਤੋਂ ਰਹਿਤ ਹੋ ਗਿਆ, ਤੇ उस वेले जिहड़ा भी कर्म करदा है, ये मनुख जो भी कर्म करेगा उस कर्म दे बंधन उन्होंने नहीं पैणगे, उन्हां दा हिसाब उन्होंने नहीं देना पेगा। फिर उहदे तो ना पाप होवेगा, जो करेगा पाप नहीं होवेगा, पुण्य नहीं होवेगा, सिर्फ वो कर्म करत होवे ने कर्म दी दशा विच चला जाएगा। फिर कहंदे जब धारी आपन सुन समाद, ਇਹਨੂੰ ਕਹਿੰਦੇ ਸੁਨ ਸਮਾਧ। ਗੁਰਬਾਣੀ ਵਿੱਚ ਇਹ ਸ਼ਬਦ ਬਹੁਤ ਥਾਵਾਂ ਤੇ ਆਇਆ। ਸਮਾਧੀ ਯੋਗੀਆਂ ਵਿੱਚ ਵੀ ਹੈ, ਉਹ ਨਿਰਵਿਕਲਪ ਸਮਾਧੀ ਲਾਉਂਦੇ ਨੇ ਸਰੀਰ ਨੂੰ ਰੋਕ ਕੇ। ਗੁਰਮਤ ਵਿੱਚ ਦੋਵੇਂ ਪ੍ਰਕਾਰ ਦੀਆਂ ਸਮਾਧੀਆਂ ਦਾ ਜ਼ਿਕਰ ਆਉਂਦਾ ਹੈ। ਜਿਵੇਂ ਕਿ ਯੋਗੀ ਲੋਕ ਨੇ, ਉਹ ਧਿਆਨ ਦੁਆਰਾ ਆਪਣੇ ਅੰਦਰ ਸਮਾਧੀ ਲਾ ਲੈਂਦੇ ਨੇ, ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ, शरीर की गर्मी ठंड तो उच्चे हो जाते हैं। पर ਉਹਦੇ ਵਿੱਚ एक नुक्स रहिंदा है। वो नुक्स ये है कि समाधि वो शरीर ਨੂੰ ਸੋਧ के किसी कर्म द्वारा अंदर शरीर का श्वास ਉਹਨੂੰ ध्यान ਵਿੱਚ ला के किसी तरह शरीर ਨੂੰ रोक लेंदे ने। समय की उन्होंने खबर नहीं रहिंदी, एक आनंद जै विच, एक नशे विच, अवेश विच रहन लग पैंदे। पर उन्हां दे अंदर जिहड़े मन दे विच विचार ने ना, उहदी शुद्धता नहीं आउंदी, वो धो नहीं सकदे उसनूं। एक वो समाधि है, सतगुरां ने उहनूं प्रवान नहीं कीता। हजूर ने कहा, जिस वेले मेरे सिख दे जीवन विच शुभ कर्म करदियां करदियां, गुरबाणी नाल जुड़ के जीवन जिउंदियां, नाम की आराधना करदियां, सेवा करदियां इहदा मन शुद्ध हो जाएगा ना,
ਤੇ ਉਸ ਸ਼ੁੱਧਤਾ ਤੋਂ ਬਾਅਦ ਇਹ ਭਾਵੇਂ ਸਰੀਰ ਕਰਕੇ ਤੁਰੀ ਵੀ ਜਾਏਗਾ, ਇਹਦੇ ਅੰਦਰ ਸਮਾਧੀ ਲੱਗੀ ਰਹੇਗੀ, ਇਹਦਾ ਧਿਆਨ ਆਪੇ ਟਿਕਿਆ ਰਹੇਗਾ, ਇਹਨੂੰ ਲਾਉਣ ਦੀ ਜ਼ਰੂਰਤ ਨਹੀਂ ਪਏਗੀ, ਇਹਨੂੰ ਸਰੀਰ ਰੋਕਣ ਦੀ ਲੋੜ ਨਹੀਂ ਪਏਗੀ। ਹਾਂ, ਕਿਸੇ ਖਾਸ ਸਮੇਂ ਵਿੱਚ ਆਪਣੇ ਅੰਦਰ ਦਾ ਸੁਧਾਰ ਕਰਨ ਵਾਸਤੇ ਕਦੀ ਕਦੀ ਗੁਰਸਿੱਖਾਂ ਨੇ ਸਮੇਂ-ਬੱਧ ਬੈਠ ਕੇ ਸਿਮਰਨ ਕੀਤਾ ਹੈ, ਬਾਣੀ ਦਾ ਅਭਿਆਸ ਕੀਤਾ ਹੈ, ਉਹ ਗੁਰਮਤਿ ਵਿੱਚ ਪ੍ਰਵਾਨ ਹੈ। ਪਰ ਉਹ ਕੁਝ ਸਮਾਂ ਕਰਨ ਤੋਂ ਬਾਅਦ ਫਿਰ ਕਰਮਸ਼ੀਲ ਹੋ ਜਾਂਦੇ ਨੇ, ਯਾਨੀ ਕਿ ਸਰੀਰ ਦੇ ਤੌਰ 'ਤੇ ਤੁਰਦੇ ਫਿਰਦੇ ਖਾਂਦੇ ਪੀਂਦੇ ਰਹਿੰਦੇ ਨੇ। ਇਸ ਤਰ੍ਹਾਂ ਕਹਿੰਦੇ ਜਿਹੜੇ ਗੁਰਮੁਖਾਂ ਦੇ ਜੀਵਨ ਵਿੱਚ ਸੁੰਨ ਸਮਾਧੀ ਦਾ ਮਤਲਬ ਹੈ, ਜਿਨ੍ਹਾਂ ਦਾ ਮਨ ਗੁਰੂ ਕੇ ਸ਼ਬਦ ਵਿੱਚ ਟਿਕਣ ਲੱਗ ਪੈਂਦਾ ਹੈ, ਉਹਨਾਂ ਦੀ ਕੀ ਨਿਸ਼ਾਨੀ ਹੈ? ਹਜ਼ੂਰ ਕਹਿੰਦੇ ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਫਿਰ ਕਹਿੰਦੇ ਉਹ ਵੈਰ ਵਿਰੋਧ ਕਿਹਦੇ ਨਾਲ ਕਰਨਗੇ? ਵੈਰ ਵਿਰੋਧ ਉਹਨਾਂ ਤੋਂ ਹੁੰਦਾ ਹੀ ਨਹੀਂ। ਵੈਰ ਵਿਰੋਧ ਕਰਨ ਵਾਲੇ ਉਹਨਾਂ ਦੇ ਸ਼ਸਤਰ ਹੀ ਕੋਈ ਨਹੀਂ ਰਹਿੰਦੇ ਕੋਲ। ਜੇ ਕਰਨਾ ਵੀ ਚਾਹਣ ਉਹ ਕਿਸੇ ਨਾਲ ਵੈਰ ਕਰ ਹੀ ਨਹੀਂ ਸਕਦੇ, ਕਿਉਂਕਿ ਵੈਰ ਕਰਨ ਵਾਸਤੇ ਦੁਸ਼ਮਣ ਚਾਹੀਦਾ ਹੈ, ਦਵੈਤ ਚਾਹੀਦੀ ਹੈ, ਕ੍ਰੋਧ ਚਾਹੀਦਾ ਹੈ, ਲੋਭ ਚਾਹੀਦਾ ਹੈ। ਉਹ ਸਾਰੀਆਂ ਚੀਜ਼ਾਂ ਉਹਨਾਂ ਵਿੱਚੋਂ ਖਤਮ ਹੋ ਗਈਆਂ, ਉਹ ਵੈਰ ਕਮਾਉਂਦੇ ਨਹੀਂ। ਹਾਂ, ਕਈ ਵਾਰੀ ਵਕਤੀ ਤੌਰ 'ਤੇ ਇੰਜ ਲੱਗਦਾ ਹੈ ਉਹ ਕਿਸੇ ਨਾਲ ਵੈਰ ਕਰਦੇ ਨੇ, ਕਿਉਂਕਿ ਸਰੀਰ ਵਿੱਚ ਨੇ ਨਾ, ਸੰਸਾਰ ਵਿੱਚ ਵਿਚਰਨਾ ਹੈ, ਇੱਥੇ ਕੋਈ ਨਾ ਕੋਈ ਝਗੜਾ, ਕੋਈ ਨਾ ਕੋਈ ਦਵੈਤ ਜ਼ਰੂਰ ਆਉਂਦੀ ਹੈ। ਇਸ ਕਰਕੇ ਉਹਨਾਂ ਦਾ ਵੈਰ ਵਿਰੋਧ ਕਿਵੇਂ ਦਾ ਹੈ? ਜਿਵੇਂ ਪਾਣੀ 'ਤੇ ਲਕੀਰ ਹੁੰਦੀ ਹੈ, ਹੁਣੇ ਪਾਣੀ 'ਤੇ ਲਕੀਰ ਪਾਈ ਤੇ ਨਾਲੋਂ ਨਾਲ ਮਿਟ ਗਈ। ਜਿਹੜੇ ਗੁਰਮੁਖ ਹਨ ਉਹਨਾਂ ਦੇ ਵਿੱਚ ਜਿਹੜਾ ਵੈਰ ਵਿਰੋਧ ਕੁਝ ਨਾ ਕੁਝ ਦਿਸਦਾ ਹੈ, ਉਹ ਸਿਰਫ ਵਕਤੀ ਤੌਰ 'ਤੇ ਹੁੰਦਾ ਹੈ, ਇੱਕ ਦੋ ਦਿਨਾਂ ਵਾਸਤੇ। ਉਹ ਉਹਨਾਂ ਦੇ ਅੰਦਰ ਡੂੰਘਾਈ ਵਿੱਚ ਨਹੀਂ ਪੈਂਦਾ। ਪਰ ਜਿਹੜਾ ਮਨਮੁਖ ਹੈ ਉਹਦਾ ਵੈਰ ਵਿਰੋਧ ਕਿਵੇਂ ਦਾ ਹੈ? ਉਹਦਾ ਵੈਰ ਹੈ ਪੱਥਰ 'ਤੇ ਲਕੀਰ ਵਰਗਾ, ਜਿੱਥੇ ਲਕੀਰ ਵੱਜ ਗਈ ਪਰਤ ਕੇ ਮਿਟਦੀ ਨਹੀਂ। ਪਰ ਗੁਰਮੁਖ ਦਾ ਜਿਹੜਾ ਵੈਰ ਵਿਰੋਧ ਹੈ ਉਹ ਪਾਣੀ 'ਤੇ ਲਕੀਰ ਵਰਗਾ ਹੈ, ਉਹਨਾਂ ਵਿੱਚ ਕੋਈ ਵੈਰ ਵਿਰੋਧ ਨਹੀਂ। ਭਾਵ ਕ੍ਰੋਧ ਤੋਂ ਲੋਭ ਤੋਂ ਰਹਿਤ ਹਨ। ਤੇ ਉਸ ਸਮੇਂ ਜਦੋਂ ਕਹਿੰਦੇ ਕੋਈ ਮਨੁੱਖ ਸ਼ਬਦ ਨਾਲ ਜੁੜ ਜਾਂਦਾ, ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ, ਫਿਰ ਕਿਹਦੇ ਨਾਲ ਉਹ ਵੈਰ ਵਿਰੋਧ ਕਮਾਏਗਾ? ਕਿਉਂਕਿ ਇੱਕ ਹੋਰ ਘਟਨਾ ਉਹਦੀ ਜ਼ਿੰਦਗੀ ਵਿੱਚ ਵਾਪਰਦੀ ਹੈ। ਉਹਨੂੰ ਇੰਜ ਲੱਗਣ ਲੱਗ ਪੈਂਦਾ ਕਿ ਮੇਰਾ ਆਪਣਾ ਆਪ ਹੀ ਸਾਰਿਆਂ ਦੇ ਵਿੱਚ ਵਰਤਦਾ ਹੈ, ਜਦੋਂ ਦੂਜਾ ਰਿਹਾ ਹੀ ਨਹੀਂ। ਜਦੋਂ ਇੱਕੋ ਹੀ ਸਾਰਿਆਂ ਵਿੱਚ ਦਿਸਣ ਲੱਗ ਪਿਆ ਤੇ ਵੈਰ ਕਰਨ ਵਾਸਤੇ ਤਾਂ ਦੂਜਾ ਆਦਮੀ ਚਾਹੀਦਾ ਹੈ। ਜਦੋਂ ਆਪਣਾ ਆਪ ਹੀ ਸਾਰਿਆਂ ਦੇ ਵਿੱਚ ਉਹਨੂੰ ਨਜ਼ਰ ਆਉਂਦਾ ਹੈ ਤਾਂ ਉਹ ਵੈਰ ਵਿਰੋਧ ਕਿਸ ਸੰਗ ਕਮਾਤ, ਕਿਹਦੇ ਨਾਲ ਕਮਾਏ? ਦੂਸਰਾ ਹੈ ਹੀ ਨਹੀਂ। ਅੱਗੇ ਹਜ਼ੂਰ ਕਹਿੰਦੇ ਜਬ ਇਸ ਕਾ ਬਰਨ ਚਿਹਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸੈ ਬਿਆਪਤ। ਇਹ ਸਾਰੀਆਂ ਅਵਸਥਾਵਾਂ ਇੱਕ ਗੁਰਮੁਖ ਦੇ ਅੰਦਰ ਦੀਆਂ ਨੇ। ਕਹਿੰਦੇ ਨੇ ਉਹਦੇ ਅੰਦਰੋਂ ਵਰਨ ਰੰਗ ਗਵਾਚ ਜਾਂਦੇ ਨੇ, ਚਿੰਨ੍ਹ ਗਵਾਚ ਜਾਂਦੇ ਨੇ। ਜਿਵੇਂ ਸਾਡੇ ਮਨ ਦੇ ਵਿੱਚ ਜਿਹੜਾ ਕਰਮ ਕਰਨੇ ਆ ਨਾ, ਸਾਡੇ ਵਿੱਚ ਉਹ ਸਟੋਰ ਹੋ ਜਾਂਦੇ ਨੇ, ਕਰਮ ਚਿੰਨ੍ਹ ਲੱਗ ਜਾਂਦੇ ਨੇ, ਅੰਦਰ ਨਿਸ਼ਾਨੀਆਂ ਲੱਗ ਜਾਂਦੀਆਂ। ਜੇ ਮਾੜੇ ਕੀਤੇ ਨੇ ਉਹਨਾਂ ਦੇ ਦਾਗ ਵੀ ਲੱਗਦੇ ਨੇ। ਤੇ ਜੇ ਅਸੀਂ ਕੋਈ ਨਾ ਕੋਈ ਚੰਗਿਆਈ ਕਰਨੇ ਆ ਨਾ, ਉਹ ਵੀ ਅੰਦਰ ਇੱਕ ਥਾਂ ਤੇ ਤੁਸੀਂ ਵੇਖਣਾ ਅਸੀਂ ਇਕੱਠੀ ਕਰ ਲੈਂਦੇ। ਚੰਗਿਆਈ ਕੀਤੀ, ਪਾਠ ਕੀਤਾ ਜਾਂ ਕਰਵਾਇਆ, ਦਾਨ ਕੀਤਾ, ਦਸਵੰਧ ਦਿੱਤਾ, ਜਾਂ ਕਿਸੇ ਦੀ ਸਹਾਇਤਾ ਕਰ ਦਿੱਤੀ, ਜਾਂ ਸੇਵਾ ਕੀਤੀ, ਜਾਂ ਸਿਮਰਨ ਕੀਤਾ, ਉਹਦੇ ਅੰਦਰ ਚਿੰਨ੍ਹ ਲੱਗ ਜਾਂਦੇ ਨੇ। ਪਰ ਜਿਹੜਾ ਗੁਰਮੁਖ ਉਹਦੇ ਵਿੱਚ ਲੀਨ ਹੋ ਜਾਂਦਾ ਹੈ, ਉਹਦੇ ਅੰਦਰ ਕਿਸੇ ਕਰਮ ਦੇ ਚਿੰਨ੍ਹ ਨਹੀਂ ਪੈਂਦੇ, ਨਿਸ਼ਾਨੀਆਂ ਨਹੀਂ ਪੈਂਦੀਆਂ। ਬਸ ਉਹਦਾ ਤੇ ਸਰੀਰ ਵੀ ਅਕਾਲ ਪੁਰਖ ਦਾ ਹੋ ਜਾਂਦਾ ਹੈ। ਉਹਨਾਂ ਦੇ ਜੀਵਨ ਵਿੱਚ ਜਿਹੜਾ ਉਹ ਕਰਮ ਕਰਦੇ ਨੇ, ਉਹ ਕਰਮ ਉਹਨਾਂ ਨੂੰ ਨਹੀਂ ਲੱਗਦਾ ਕਿ ਅਸੀਂ ਕਰ ਰਹੇ ਹਾਂ। ਕਬੀਰ ਸਾਹਿਬ ਦੇ ਵਿੱਚ ਜਦੋਂ ਇਹ ਦਾਤ ਵਰਤੀ, ਉਹਨਾਂ ਦੀ ਜ਼ਿੰਦਗੀ ਵਿੱਚ ਕਈ ਪ੍ਰਕਾਰ ਦੀਆਂ ਘਟਨਾਵਾਂ ਵਾਪਰੀਆਂ, ਕਿਉਂਕਿ ਜਿਹੜਾ ਮਨੁੱਖ ਉਹਦੇ ਚਰਨਾਂ ਨਾਲ ਜੁੜੇਗਾ ਉਹ ਅਸੀਮ ਹੋ ਜਾਏਗਾ। ਅਸੀਮ ਦਾ ਮਤਲਬ ਉਹਦੀਆਂ ਹੱਦਾਂ ਨਹੀਂ ਰਹਿਣਗੀਆਂ। ਜਿਵੇਂ ਸਾਡੇ ਜੀਵਨ ਦੀਆਂ ਹੱਦਾਂ ਨੇ, ਸਾਡੇ 2 ਹੱਥ ਨੇ, ਅਸੀਂ ਇੰਨਾ ਕੋਈ ਕੰਮ ਕਰ ਸਕਨੇ, ਪਰ ਉਹਨਾਂ ਦੇ ਹੱਥਾਂ ਦੀ ਤਾਕਤ ਬੜੀ ਵੱਧ ਜਾਂਦੀ ਹੈ। ਸਾਡੀਆਂ ਅੱਖਾਂ ਕੁਝ ਦੂਰ ਵੇਖ ਸਕਦੀਆਂ ਨੇ, ਉਹ ਬੜੀ ਦੂਰ ਵੇਖ ਲੈਂਦੇ ਨੇ। ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਜਦੋਂ ਅਸੀਮ ਘਟਨਾਵਾਂ ਵਾਪਰੀਆਂ ਨਾ, ਕਬੀਰ ਸਾਹਿਬ ਦੇ ਜੀਵਨ ਵਿੱਚ ਕੁਝ ਕ੍ਰਿਸ਼ਮੇ ਵਾਪਰੇ,
ਤੇ ਲੋਕਾਂ ਨੇ ਚੌਹਾਂ ਪਾਸੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਕਬੀਰ ਵਿੱਚ ਬੜੀ ਤਾਕਤ ਤੇ ਕਬੀਰ ਵਿੱਚ ਬੜੀ ਤਾਕਤ, ਕਬੀਰ ਨੇ ਆਹ ਕਰ ਦਿੱਤਾ, ਕਬੀਰ ਨੇ ਉਹ ਕਰ ਦਿੱਤਾ। ਜਦੋਂ ਇਹ ਗੱਲਾਂ ਹੋਈਆਂ, ਜਦੋਂ ਕਬੀਰ ਸਾਹਿਬ ਨੇ ਵੱਡੇ ਵੱਡੇ ਬ੍ਰਾਹਮਣਾਂ ਤੇ ਵੱਡੇ ਵੱਡੇ ਜਿਹੜੇ ਉਸ ਸ਼ਹਿਰ ਦੇ ਚੌਧਰੀ ਸਨ ਧਾਰਮਿਕ, ਉਹਨਾਂ ਨੂੰ ਵੰਗਾਰਿਆ ਬੇਪਰਵਾਹ ਹੋ ਕੇ, ਜਦੋਂ ਉਹਨਾਂ ਨੇ ਸੱਚ ਦੀ ਗੱਲ ਕੀਤੀ ਤਾਂ ਲੋਕਾਂ ਦੇ ਵਿੱਚ ਜਸ ਫੈਲ ਗਿਆ, ਲੋਕਾਂ ਨੇ ਵਡਿਆਈ ਕੀਤੀ। ਤੇ ਕਬੀਰ ਸਾਹਿਬ ਨੇ ਜਦੋਂ ਸਾਰਾ ਕੁਝ ਸੁਣਿਆ ਤੇ ਉਹਨਾਂ ਨੇ ਇਸ ਦਸ਼ਾ ਨੂੰ ਵੇਖ ਲਿਆ ਕਿ ਕਬੀਰ ਕਿੱਥੇ ਕਰਦਾ ਪਿਆ। ਕਬੀਰ ਦਾ ਤੇ ਸਿਰਫ ਨਾਮ ਚੱਲਦਾ ਹੈ, ਕਬੀਰ ਦਾ ਸਿਰਫ ਸਰੀਰ ਹੈ। ਉਹਨਾਂ ਨੇ ਫਿਰ ਇੱਕ ਸ਼ਲੋਕ ਉਚਾਰਨ ਕੀਤਾ, ਕਹਿੰਦੇ ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕੈ ਸਰੀਰ। ਇਹ ਸਰੀਰ ਦੇ ਕੰਮ ਨਹੀਂ ਜਿਹੜੇ ਕ੍ਰਿਸ਼ਮੇ ਨੇ ਜੀਵਨ ਦੇ, ਸਰੀਰ ਨਹੀਂ ਇਸ ਨੂੰ ਕਰ ਸਕਦੇ। ਕਹਿੰਦੇ ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਕਹਿੰਦੇ ਤੁਸੀਂ ਕੀ ਜਾਣਦੇ ਹੋ ਕਿੰਨੇ ਕੀਤਾ? ਇਹ ਰੱਬ ਨੇ ਕੀਤਾ, ਪਰ ਨਾਮ ਹੁਣ ਕਬੀਰ ਦਾ। ਇਸ ਦਸ਼ਾ ਵਿੱਚ ਜਾ ਕੇ ਜਬ ਇਸ ਕਾ ਵਰਨ ਚਿਹਨ ਨਾ ਜਾਪਤ, ਇਸ ਦਸ਼ਾ ਵਿੱਚ ਬ੍ਰਹਮ ਗਿਆਨੀ ਜੋ ਕਰਦਾ ਨਾ ਕੰਮ, ਸ਼ੁੱਧ ਕੰਮ ਜਿਹੜੇ ਕਰਦਾ, ਪਰ ਉਪਕਾਰ ਵੀ ਕਰਦਾ, ਚੰਗੇ ਕੰਮ ਵੀ ਕਰਦਾ, ਤੇ ਉਹਦੇ ਅੰਦਰ ਯਾਦ ਨਹੀਂ ਰਹਿੰਦੇ ਕਿ ਮੈਂ ਕੀਤੇ ਹਨ। ਤੇ ਜਦੋਂ ਇਹ ਯਾਦ ਨਹੀਂ ਰਹਿੰਦੇ, ਫਿਰ ਇਹ ਦੋ ਚੀਜ਼ਾਂ ਹਰਖ ਤੇ ਸੋਗ ਉਹਨੂੰ ਨਹੀਂ ਵਿਆਪਦੀਆਂ। ਕਿਉਂਕਿ ਹਰਖ ਉਦੋਂ ਆਉਂਦਾ ਹੈ ਮਨੁੱਖ ਨੂੰ, ਖੁਸ਼ੀ ਉਦੋਂ ਆਉਂਦੀ ਏ ਜਦੋਂ ਉਹ ਸੰਸਾਰ ਵਿੱਚ ਕੋਈ ਉੱਚਾ ਕੰਮ ਕਰੇ ਤੇ ਚੌਹਾਂ ਪਾਸੇ ਜੈ ਜੈਕਾਰ ਹੋ ਜਾਏ, ਫਿਰ ਲੋਕ ਵਡਿਆਈ ਕਰਨਗੇ, ਉਹਦੀ ਖੁਸ਼ੀ ਆਵੇਗੀ। ਤੇ ਜਿਹੜੇ ਲੋਕ ਵਡਿਆਈ ਕਰਦੇ ਨੇ ਥੋੜ੍ਹਾ ਚਿਰ ਕਰਨਗੇ, 2 4 10 ਮਹੀਨਿਆਂ ਨੂੰ ਫਿਰ ਉਹ ਕਿਤੇ ਨਾ ਕਿਤੇ ਵਿੱਚ ਨਿੰਦਿਆ ਵੀ ਕਰ ਸਕਦੇ ਨੇ, ਫਿਰ ਸੋਗ ਆ ਜਾਏਗਾ। ਔਰ ਇਹ ਇੱਕ ਸੱਚਾਈ ਹੈ, ਸਾਡੇ ਦਿਮਾਗ ਦੀ ਬਣਤਰ ਐਸੀ, ਇਹਨੂੰ ਜਿੰਨਾ ਖੁਸ਼ ਕਰਾਂਗੇ ਦੂਸਰੇ ਪਾਸੇ ਸੋਗ ਦੇ ਆਉਣ ਦੀ ਉਨੀ ਸੰਭਾਵਨਾ ਇਹਦੇ ਵਿੱਚ ਵੱਧ ਜਾਂਦੀ। ਇਸ ਕਰਕੇ ਉਹਦੇ ਜੀਵਨ ਵਿੱਚ ਤਬ ਹਰਖ ਸੋਗ, ਨਾ ਤੇ ਉਹਨੂੰ ਇਸ ਚੀਜ਼ ਦਾ ਹਰਖ ਹੁੰਦਾ ਹੈ ਕਿ ਮੈਂ ਕੁਝ ਕੀਤਾ, ਨਾ ਉਹਨੂੰ ਨਿੰਦਿਆ ਨਾਲ ਸੋਗ ਹੁੰਦਾ ਹੈ, ਕਿਉਂਕਿ ਉਹਦੇ ਤੋਂ ਵੀ ਮੁਕਤ ਹੈ। ਇਹ ਦੋਵੇਂ ਚੀਜ਼ਾਂ ਉਹਨੂੰ ਵਿਆਪਦੀਆਂ ਨਹੀਂ, ਇਸ ਕਰਕੇ ਦੁੱਖ ਤੋਂ ਬਰੀ ਹੋ ਜਾਂਦਾ ਹੈ, ਬਚ ਜਾਂਦਾ ਹੈ। ਹਜ਼ੂਰ ਕਹਿੰਦੇ ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ। ਕਹਿੰਦੇ ਜਦੋਂ ਐਸੇ ਮਨੁੱਖ ਦੇ ਜੀਵਨ ਦੇ ਵਿੱਚ ਆਪ ਹੀ ਪਾਰ ਬ੍ਰਹਮ ਪ੍ਰਗਟ ਹੋ ਜਾਂਦਾ ਹੈ, ਉਹਨੂੰ ਲੱਗਦਾ ਹੈ ਕਿ ਮੇਰੇ ਵਿੱਚ ਵੀ ਉਹ ਹੀ ਵਰਤ ਰਿਹਾ, ਸੰਸਾਰ ਵਿੱਚ ਵੀ ਉਹ ਵਰਤ ਰਿਹਾ, ਪਰਿਵਾਰ ਵਿੱਚ ਵੀ ਉਹ ਵਰਤ ਰਿਹਾ, ਦੂਜਾ ਤੇ ਹੈ ਹੀ ਨਹੀਂ। ਜਦੋਂ ਦੂਜਾ ਨਹੀਂ ਤੇ ਫਿਰ ਪਕੜ ਕਿਹੜੀ ਚੀਜ਼ ਨਾਲ ਹੋਵੇਗੀ, ਮੋਹ ਕਿਹੜੀ ਚੀਜ਼ ਨਾਲ ਹੋਵੇਗਾ? ਤੁਸੀਂ ਕਦੀ ਵੇਖਣਾ ਆਦਮੀ ਉਹੀ ਚੀਜ਼ਾਂ ਲੱਭਦਾ ਨਾ ਜਿਹੜੀਆਂ ਸਾਡੇ ਸਰੀਰ ਤੋਂ ਵੱਖਰੀਆਂ ਨੇ। ਜਿਹੜੀਆਂ ਚੀਜ਼ਾਂ ਸਾਡੇ ਵਿੱਚ ਹੈ ਨਾ, ਉਹਨਾਂ ਵੱਲ ਮਨੁੱਖ ਨਹੀਂ ਭੱਜੇਗਾ, ਜਿਹੜੀਆਂ ਇਹਦੇ ਕੋਲ ਨਹੀਂ ਉਹਨਾਂ ਵੱਲ ਦੌੜੇਗਾ। ਤੇ ਜਦੋਂ ਇਹ ਸਾਰੀ ਸ੍ਰਿਸ਼ਟੀ ਇਹਦਾ ਆਪਣੇ ਸਰੀਰ ਬਣ ਗਿਆ, ਫਿਰ ਕਿਹਦੇ ਤੋਂ ਖੋਏਗਾ, ਕਿਹਦੇ ਨਾਲ ਮੋਹ ਕਰੇਗਾ, ਕਿਸ ਨੂੰ ਚੰਬੜੇਗਾ? ਕਹਿੰਦੇ ਉਹਦੇ ਜੀਵਨ ਵਿੱਚੋਂ ਨਾ ਮੋਹ ਰਹਿੰਦਾ ਹੈ, ਤੇ ਮੋਹ ਤੋਂ ਬਾਅਦ ਉਹਦੇ ਵਿੱਚੋਂ ਭਰਮ ਵੀ ਖਤਮ ਹੋ ਜਾਂਦਾ। ਨਾ ਮੋਹ ਹੈ ਨਾ ਭਰਮ, ਭੁਲੇਖੇ ਵਿੱਚੋਂ ਨਿਕਲ ਜਾਂਦਾ ਹੈ। ਉਸ ਮਨੁੱਖ ਦੇ ਇਸ ਛੋਟੇ ਜਿਹੇ ਸਰੀਰ ਵਿੱਚ, ਜੀਵਨ ਵਿੱਚ ਕਹਿੰਦੇ ਆਪਣ ਖੇਲ ਆਪ ਵਰਤੀਜਾ। ਐਸੇ ਮਨੁੱਖ ਦੀ ਜ਼ਿੰਦਗੀ ਖੇਲ ਬਣ ਜਾਂਦੀ ਹੈ, ਖੇਡ ਬਣ ਜਾਂਦੀ ਹੈ, ਇੱਕ ਗੇਮਾਂ ਦੇ ਵਿੱਚ ਟੀਮਾਂ ਖੇਡਦੀਆਂ ਨੇ, ਜ਼ੋਰ ਵੀ ਲਾਉਂਦੀਆਂ ਨੇ, ਬਸ ਉਹਦੇ ਤੋਂ ਬਾਅਦ ਫਿਰ ਜ਼ਿੰਦਗੀ ਵਿੱਚ ਨਾ ਹਾਰ ਨਾ ਕੋਈ ਜਿੱਤ। ਜਦੋਂ ਜੀਵਨ ਸਾਰਾ ਖੇਡ ਹੀ ਬਣ ਗਿਆ, ਉਦੋਂ ਬਾਅਦ ਜ਼ਿੰਦਗੀ ਜਿਉਣ ਦਾ ਪਤਾ ਲੱਗਦਾ ਵੀ ਇੱਥੇ ਕਿਵੇਂ ਦੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ਅਸਲ ਵਿੱਚ ਖੇਡ ਕਲਗੀਆਂ ਵਾਲੇ ਪਾਤਸ਼ਾਹ ਤਾਂ ਹੀ ਕਹਿੰਦੇ ਨੇ, ਐਵੇਂ ਨਹੀਂ ਇਸ ਚੀਜ਼ ਨੂੰ ਸਹਿਣ ਕਰ ਗਏ। ਸਾਧ ਸੰਗਤ, ਛੋਟੀ ਜਿਹੀ ਘਟਨਾ ਸਹਿਣ ਨਹੀਂ ਹੁੰਦੀ ਮਨੁੱਖ ਤੋਂ। 4 ਪੈਸੇ ਗਵਾਚ ਜਾਣ ਨਾ ਜੇਬ ਵਿੱਚੋਂ, 200-400 ਰੁਪਈਆ ਕਿਤੇ ਡਿੱਗ ਪਏ ਤੇ ਆਦਮੀ 6 ਮਹੀਨੇ ਨਹੀਂ ਭੁੱਲਦਾ ਉਹਨੂੰ, ਪਰਤ ਕੇ ਯਾਦ ਕਰਦਾ। ਪਰ ਉਹ ਕਿਵੇਂ ਦੀ ਸ਼ਖਸੀਅਤ ਸੀ ਇਸ ਧਰਤੀ ਤੇ, ਜਿਹਦੇ ਜੀਵਨ ਵਿੱਚੋਂ ਘਰ ਵੀ ਚਲਾ ਗਿਆ, ਆਨੰਦਪੁਰ ਸਾਹਿਬ
ਚਾਰੇ ਬੱਚੇ ਸ਼ਹੀਦ ਹੋ ਗਏ, ਮਾਤਾ ਪਿਤਾ ਸ਼ਹੀਦ ਹੋ ਗਏ, ਪਰ ਫਿਰ ਵੀ ਉਹਦੇ ਤੋਂ ਉਹ ਚੀਜ਼ਾਂ ਉਹਨਾਂ ਨੂੰ ਉਪਰਾਮ ਨਹੀਂ ਕਰ ਸਕੀਆਂ, ਉਦਾਸ ਨਹੀਂ ਕਰ ਰਹੀਆਂ। ਉਹਦੇ ਵਿੱਚ ਕੁਝ ਨਾ ਕੁਝ ਕੰਮ ਕਰ ਰਿਹਾ। ਉਹ ਕਿਹੜੀ ਚੀਜ਼ ਕੰਮ ਕਰ ਰਹੀ ਹੈ? ਉਹ ਕਹਿੰਦੇ ਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਤੇ ਖੇਡ ਹੈ ਸੰਸਾਰ। ਖੇਡ ਨੂੰ ਉਹਨਾਂ ਨੇ ਖੇਡ ਸਮਝਿਆ। ਇਹਦੇ ਵਿੱਚ ਸਾਰੀਆਂ ਟੀਮਾਂ ਆਪੋ ਆਪਣਾ ਰੋਲ ਨਿਭਾ ਰਹੀਆਂ ਨੇ। ਕੋਈ ਕਿਹੜੀ ਸਾਈਡ ਤੇ ਖੇਡ ਰਿਹਾ, ਕੋਈ ਕਿਹੜੀ ਸਾਈਡ ਤੇ ਖੇਡ ਰਿਹਾ, ਤੇ ਸਾਰੇ ਲੋਕ ਇੱਕੋ ਸਾਈਡ ਤੇ ਨਹੀਂ ਖੇਡਦੇ ਹੁੰਦੇ। ਖੇਡ ਤਾਂ ਚੱਲਦੀ ਹੈ, ਅਸੀਂ ਕਹਿੰਦੇ ਹਾਂ ਸਾਰਿਆਂ ਨੂੰ ਇੱਕੋ ਜਿਹਾ ਕਰ ਦਈਏ। ਸੰਸਾਰ ਇੱਕੋ ਜਿਹਾ ਨਹੀਂ ਹੋ ਸਕਦਾ, ਇਹ ਖੇਡ ਚੱਲੇਗੀ ਨਹੀਂ। ਇਸ ਕਰਕੇ ਜੀਵਨ ਨੂੰ ਜਿਨ੍ਹਾਂ ਨੇ ਖੇਡ ਸਮਝਿਆ ਨਾ, ਫਿਰ ਉਸ ਖੇਡ ਦੇ ਵਿੱਚ ਇਹ ਨਹੀਂ ਕਿ ਤੁਸੀਂ ਬੇਮਰਿਆਦਾ ਰਹੋ। ਭਾਵੇਂ ਖੇਡ ਵਿੱਚ ਦੀ ਹਾਰ ਜਿੱਤ ਝੂਠੀ ਹੁੰਦੀ ਹੈ। ਆਪਾਂ ਕਈ ਵਾਰੀ ਕਹਿੰਦੇ ਹਾਂ ਵੀ ਇੱਕ ਦੇਸ਼ ਦਾ ਨਾਮ ਲੈਂਦੇ ਹਾਂ ਵੀ ਇਹ ਦੇਸ਼ ਇੰਡੀਆ ਪਾਕਿਸਤਾਨ ਦੇ ਨਾਲ ਖੇਡਿਆ ਤੇ ਪਾਕਿਸਤਾਨ ਇੰਡੀਆ ਜਿੱਤ ਗਿਆ, ਪਾਕਿਸਤਾਨ ਹਾਰ ਗਿਆ ਜਾਂ ਪਾਕਿਸਤਾਨ ਜਿੱਤ ਗਿਆ। ਇਹ ਸ਼ਬਦ ਝੂਠ ਹੁੰਦਾ ਹੈ, ਕਿਉਂਕਿ ਪਾਕਿਸਤਾਨ ਨਹੀਂ ਹਾਰਦਾ, ਉੱਥੋਂ ਦੀ ਟੀਮ ਹਾਰਦੀ ਹੈ। ਪਰ ਸਾਰੇ ਪਾਕਿਸਤਾਨ ਨੂੰ ਲੱਗਦਾ ਕਿ ਅਸੀਂ ਹਾਰ ਗਏ ਜਦੋਂ ਵੇਖਦੇ ਨੇ। ਅਸਲ ਵਿੱਚ ਉਹ ਹਾਰਦੇ ਨਹੀਂ, ਨਾ ਉਹ ਖੇਡਦੇ ਨੇ। ਇਸੇ ਤਰ੍ਹਾਂ ਸੰਸਾਰ ਇੱਕ ਖੇਡ ਵਰਗਾ ਹੈ। ਇਹਦੇ ਵਿੱਚ ਬੰਦੇ ਨੂੰ ਮਹਿਸੂਸ ਹੁੰਦਾ ਮੈਂ ਹਾਰ ਗਿਆ, ਮੈਂ ਪਿੱਛੇ ਰਹਿ ਗਿਆ, ਮੈਂ ਅੱਗੇ ਚਲਾ ਗਿਆ, ਜਾਂਦਾ ਕੋਈ ਕਿਤੇ ਵੀ ਨਹੀਂ, ਉੱਥੇ ਹੀ ਖੜੇ ਰਹਿੰਦੇ ਨੇ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਿਹੜੇ ਮਨੁੱਖਾਂ ਦੇ ਜੀਵਨ ਵਿੱਚ ਇਹ ਸਾਰੀਆਂ ਦਾਤਾਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਭਰ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦੇ ਜੀਵਨ ਵਿੱਚ ਜੋ ਵੀ ਆਉਂਦਾ ਹੈ ਉਹਨੂੰ ਇੱਕ ਖੇਡ ਦੇ ਰੂਪ ਵਿੱਚ ਉਹ ਵਰਤ ਲੈਂਦੇ ਨੇ, ਔਰ ਉਹਨਾਂ ਦੇ ਜੀਵਨ ਵਿੱਚ ਦੂਸਰਾ ਕੋਈ ਆਉਂਦਾ ਨਹੀਂ। ਆਪਨ ਖੇਲ ਆਪ ਵਰਤੀਜਾ, ਨਾਨਕ ਕਰਨਾ ਹਾਰ ਨਾ ਦੂਜਾ। ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਦੁਐਤ ਰਹਿੰਦੀ ਨਹੀਂ। ਹਜ਼ੂਰ ਕਹਿੰਦੇ ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕੋ ਗਣੀ। ਹੁਣ ਧਾਰਮਿਕ ਜਗਤ ਵਿੱਚ ਇੱਕ ਅਹੁਦਾ ਹੈ, ਪ੍ਰਾਪਤੀ ਹੈ। ਹਰ ਇੱਕ ਧਾਰਮਿਕ ਮਨੁੱਖ ਕਹਿੰਦਾ ਹੈ ਵੀ ਮੈਨੂੰ ਮੁਕਤੀ ਮਿਲ ਜਾਏ। ਮਰਨ ਤੋਂ ਬਾਅਦ ਵੀ ਮੁਕਤੀ ਦੀ ਗੱਲ ਚੱਲਦੀ ਹੈ। ਪਰ ਜਿਹਦੀ ਅੱਜ ਗੁਰੂ ਅਰਜਨ ਦੇਵ ਜੀ ਜਿਸ ਦਸ਼ਾ ਦਾ ਜ਼ਿਕਰ ਕਰ ਰਹੇ ਨਾ, ਉੱਥੇ ਜਾ ਕੇ ਕਹਿੰਦੇ ਨਾ ਬੰਧਨ ਰਹਿੰਦਾ ਤੇ ਨਾ ਮੁਕਤੀ ਰਹਿੰਦੀ ਹੈ। ਦੋਵੇਂ ਚੀਜ਼ਾਂ ਸਾਧ ਸੰਗਤ ਉਹਦੇ ਜ਼ਿੰਦਗੀ ਵਿੱਚੋਂ ਇਹ ਖਤਮ ਹੋ ਜਾਂਦੀਆਂ। ਮੁਕਤੀ ਬਾਰੇ ਇੱਕ ਬੇਨਤੀ ਕਰਾਂ, ਗੁਰਬਾਣੀ ਵਿੱਚ ਮੁਕਤੀ ਬਾਰੇ ਬਹੁਤ ਕੁਝ ਸ਼ਬਦ ਆਏ ਨੇ। ਆਮ ਤੌਰ ਤੇ ਆਦਮੀ ਮਰਦਾ ਹੈ, ਉਹਦੇ ਵਾਸਤੇ ਆਪੋ ਆਪਣੇ ਢੰਗ ਨਾਲ ਕੋਈ ਦਾਨ ਕਰਦਾ ਵੀ ਮੁਕਤ ਹੋ ਜਾਏ, ਕੋਈ ਪਾਠ ਕਰਦਾ ਕਰਾਉਂਦਾ ਮੁਕਤੀ ਮਿਲ ਜਾਏ, ਕਿਤੇ ਭਟਕਦਾ ਨਾ ਫਿਰੇ। ਮੁਕਤੀ ਹੈ ਕਿ ਅਸਲ ਵਿੱਚ ਮੁਕਤੀ ਕੋਈ ਪ੍ਰਾਪਤ ਹੋਣ ਵਾਲੀ ਚੀਜ਼ ਨਹੀਂ ਹੈ। ਮੁਕਤੀ ਸ਼ਬਦ ਦੇ ਅਰਥ ਨੇ ਛੁੱਟ ਜਾਣਾ, ਮੁਕਤ ਹੋ ਜਾਣਾ। ਕਿਹਦੇ ਤੋਂ ਛੁੱਟਣਾ? ਸਭ ਕੁਝ ਤੋਂ ਛੁੱਟ ਜਾਣਾ ਤੇ ਆਪਣਾ ਆਪ ਰਹਿ ਜਾਣਾ। ਮੁਕਤੀ ਬੰਦੇ ਦਾ ਅੰਦਰਲਾ ਸੁਭਾਅ ਹੈ। ਜਦੋਂ ਸਾਡੇ ਸਾਰੇ ਵਿਚਾਰ ਖਤਮ ਹੋ ਜਾਂਦੇ ਉਦੋਂ ਅਸੀਂ ਮੁਕਤ ਹੁੰਦੇ ਹਾਂ, ਭਾਵੇਂ ਸਰੀਰ ਹੋਵੇ ਭਾਵੇਂ ਸਰੀਰ ਨਹੀਂ। ਤਾਂ ਮੁਕਤੀ ਅੰਦਰਲਾ ਸਾਡਾ ਸੁਭਾਅ ਹੈ। ਉਹ ਕੋਈ ਦਸ਼ਾ ਨਹੀਂ ਕਿ ਮੁਕਤੀ ਮਿਲੇਗੀ, ਜਹਾਜ਼ ਆਏਗਾ ਉਹਦੇ ਉੱਤੇ ਬਿਠਾ ਕੇ ਦੇਵਤੇ ਲੈ ਜਾਣਗੇ, ਉੱਥੇ ਉੱਤੇ ਚੌਰ ਫਿਰੇਗਾ, ਵੱਡੇ ਸਿੰਘਾਸਨ ਤੇ ਬਿਠਾਉਣਗੇ। ਇਸ ਤਰ੍ਹਾਂ ਦੀ ਕੋਈ ਮੁਕਤੀ ਨਹੀਂ ਹੈ। ਜੀਵਨ ਮੁਕਤ ਗੁਰੂ ਸਾਹਿਬ ਨੇ ਕਿਹਾ ਹੈ ਕਿ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਜਦੋਂ ਕੋਈ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਪਣੀਆਂ ਬਣਾਈਆਂ ਹੋਈਆਂ ਝੂਠੀਆਂ ਧਾਰਨਾਵਾਂ ਤੋਂ ਛੁੱਟ ਜਾਂਦਾ ਹੈ, ਉਸ ਵੇਲੇ ਉਹਨੂੰ ਕਹਿੰਦੇ ਆਦਮੀ ਮੁਕਤ ਹੋ ਗਿਆ, ਛੁੱਟ ਗਿਆ, ਇਹਦਾ ਅੰਦਰਲਾ ਸੁਭਾਅ ਪ੍ਰਗਟ ਹੋ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੈ ਨਾ, ਗੁਰਮੁਖ ਹੈ, ਜਬ ਹੋਵਤ ਪ੍ਰਭ ਕੇਵਲ ਧਨੀ, ਜਦੋਂ ਵਾਹਿਗੁਰੂ ਉਹਦੇ ਜੀਵਨ ਵਿੱਚ ਪ੍ਰਗਟ ਹੋ ਜਾਂਦੇ ਹਨ, ਤਬ ਬੰਧ ਮੁਕਤ, ਉਸ ਵੇਲੇ ਨਾ ਉਹ ਬੰਧਨ ਵਿੱਚ ਰਹਿੰਦਾ ਤੇ ਨਾ ਮੁਕਤੀ ਵਿੱਚ, ਇਹਦੇ ਤੋਂ ਅੱਗੇ ਚਲਾ ਜਾਂਦਾ। ਕਹੋ ਕਿਸ ਕੋ ਗਣੀ, ਉਹ ਕਿਹਦੇ ਵਾਸਤੇ ਗਿਣੀ ਜਾਏ, ਭਾਵ ਇਹਦੀ ਵੀ ਉਹ ਮੰਗ ਨਹੀਂ ਕਰਦੇ। ਹਜ਼ੂਰ ਕਹਿੰਦੇ ਜਬ ਏਕ ਹੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਕੌਣ ਫਿਰ ਨਰਕ ਮੰਗੇ, ਕੌਣ ਸਵਰਗ ਮੰਗੇ।
ਕੌਣ ਨਰਕ ਤੋਂ ਬਚੇ ਤੇ ਕੌਣ ਸਵਰਗ ਪ੍ਰਾਪਤ ਕਰਨ ਵਾਸਤੇ ਸਾਧਨ ਕਰੇ। ਕਿਉਂਕਿ ਨਰਕ ਤੇ ਸਵਰਗ ਉਹਦੇ ਵਾਸਤੇ ਛੋਟੇ ਹੋ ਗਏ, ਉਹਨਾਂ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ। ਜਿਵੇਂ ਕੋਈ ਆਦਮੀ ਵੱਡੇ ਕੋਰਸ ਨੂੰ ਕਰਕੇ ਵੱਡੇ ਅਹੁਦੇ ਨੂੰ ਪ੍ਰਾਪਤ ਕਰ ਲੈਂਦਾ ਤੇ ਉਹਦੇ ਜੀਵਨ ਵਿੱਚ ਛੋਟੇ ਅਹੁਦੇ ਉਹਦੇ ਵਿੱਚ ਆਪਣੇ ਆਪ ਆ ਜਾਂਦੇ, ਉਹਨਾਂ ਵਾਸਤੇ ਉਹਨੂੰ ਮਿਹਨਤ ਨਹੀਂ ਕਰਨੀ ਪੈਂਦੀ। ਇਸੇ ਤਰ੍ਹਾਂ ਜਿਨ੍ਹਾਂ ਦੇ ਜੀਵਨ ਦੇ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼ ਵਾਪਰ ਜਾਂਦੀ ਏ, ਨਾ ਉਹ ਨਰਕ ਤੋਂ ਬਚਣ ਦਾ ਸਾਧਨ ਕਰਦੇ ਨੇ, ਕਿਉਂਕਿ ਨਰਕ ਉਹਨਾਂ ਦੀ ਜ਼ਿੰਦਗੀ ਵਿੱਚ ਆ ਹੀ ਨਹੀਂ ਸਕਦਾ। ਭਾਵੇਂ ਉਹਨਾਂ ਨੂੰ ਕਿਹੜੇ ਨਰਕ ਵਿੱਚ ਭੇਜ ਦਿਓ, ਸਵਰਗ ਵਿੱਚ ਤਬਦੀਲ ਹੋ ਜਾਏਗਾ। ਤੇ ਨਾ ਉਹ ਸਵਰਗ ਦੀ ਪ੍ਰਾਪਤੀ ਵਾਸਤੇ ਕੋਈ ਸਾਧਨ ਕਰਦੇ ਨੇ, ਕਿਉਂਕਿ ਜਿੱਥੇ ਉਹਨਾਂ ਦਾ ਨਿਵਾਸ ਹੈ ਸਾਰੇ ਸਵਰਗ ਉਹਦੀ ਅਰਦਲ ਵਿੱਚ ਰਹਿੰਦੇ ਨੇ। ਉਹ ਇਹਨਾਂ ਚੀਜ਼ਾਂ ਤੋਂ ਉੱਚੇ ਹੋ ਜਾਂਦੇ ਨੇ, ਅਗੰਮ ਅਪਾਰ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ। ਹਜ਼ੂਰ ਕਹਿੰਦੇ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸ਼ਿਵ ਸ਼ਕਤ ਕਹੋ ਕਿਤ ਠਾਏ। ਇਹ ਸ਼ਿਵ ਸ਼ਕਤ ਸ਼ਬਦ ਬੜੀ ਵਾਰੀ ਗੁਰਬਾਣੀ ਵਿੱਚ ਆਏਗਾ। ਕਹਿੰਦੇ ਜਦੋਂ ਕਿਸੇ ਦੇ ਮਨ ਵਿੱਚ ਨਿਰਗੁਣ ਪ੍ਰਭੂ ਸਹਿਜ ਸੁਭਾਏ ਪ੍ਰਗਟ ਹੋ ਜਾਂਦੇ ਨੇ, ਸੁਭਾਅ ਵਿੱਚੋਂ ਪ੍ਰਗਟ ਹੋ ਜਾਂਦੇ ਨੇ, ਸੁਭਾਅ ਵਿੱਚੋਂ ਝਾਕਣ ਲੱਗ ਪੈਂਦੇ ਨੇ, ਉਸ ਵੇਲੇ ਉਹਦੀ ਜ਼ਿੰਦਗੀ ਵਿੱਚ ਸ਼ਿਵ ਤੇ ਸ਼ਕਤ ਦੋਵੇਂ ਨਹੀਂ ਰਹਿੰਦੀਆਂ। ਸ਼ਿਵ ਦਾ ਅਰਥ ਹੈ ਉਹ ਪਾਸਾ ਜਿਹੜਾ ਧਾਰਮਿਕ ਜਗਤ ਵਿੱਚ ਕੰਮ ਕਰਦਾ, ਤੇ ਸ਼ਕਤ ਦਾ ਅਰਥ ਹੈ ਮਾਇਆ ਸੰਸਾਰ। ਦੋ ਚੀਜ਼ਾਂ ਦਾ ਜੋੜ ਲਾ ਕੇ ਸਾਡਾ ਸਰੀਰ ਬਣਾਇਆ ਹੈ। ਸ਼ਿਵ ਦਾ ਅਰਥ ਹੈ ਉਹ ਹਿੱਸਾ ਜਿਹੜਾ ਆਤਮਾ ਨਾਲ ਜੁੜਿਆ ਹੋਇਆ, ਪ੍ਰਭੂ ਨਾਲ ਜੁੜਿਆ ਹੋਇਆ। ਜਿਵੇਂ ਆਪਾਂ ਸ਼ੁਭ ਕਰਮ ਕਰਨੇ ਆ, ਉਹ ਸ਼ਿਵ ਦਾ ਹਿੱਸਾ ਹੈ। ਧਾਰਮਿਕ ਕਰਮ ਕਰਨੇ, ਚੰਗੇ ਕਰਮ ਕਰਨੇ। ਜਿਹੜੇ ਅਸੀਂ ਸੰਸਾਰ ਦੇ ਕਰਮ ਕਰਨੇ, ਉਹ ਸ਼ਕਤ ਦਾ ਹਿੱਸਾ, ਸ਼ਕਤੀ ਦਾ, ਮਾਇਆ ਦਾ। ਜਿਹੜਾ ਇੱਥੇ ਗੁਰਮੁਖ ਇਸ ਚੌਥੀ ਅਵਸਥਾ ਵਿੱਚ ਚਲਾ ਜਾਂਦਾ, ਉਹਦੀ ਜੀਵਨ ਵਿੱਚ ਨਾ ਮਾਇਆ ਰਹਿੰਦੀ ਹੈ ਤੇ ਨਾ ਸ਼ਿਵ ਦਾ ਅਰਥ ਹੈ ਧਾਰਮਿਕ ਕਰਮਾਂ ਤੋਂ ਵੀ ਅੱਗੇ ਚਲਾ ਜਾਂਦਾ ਹੈ, ਇਸ ਜੰਜਾਲ ਤੋਂ ਵੀ ਪਾਰ ਨਿਕਲ ਜਾਂਦਾ ਹੈ। ਉਹ ਧਾਰਮਿਕ ਕਰਮਾਂ ਦੀ ਉਹਨੂੰ ਲੋੜ ਨਹੀਂ ਪੈਂਦੀ, ਕਿਉਂਕਿ ਜਦੋਂ ਪਾਣੀ ਵਿੱਚ ਪਾਣੀ ਮਿਲ ਗਿਆ, ਕਿਸੇ ਨਦੀ ਨੂੰ ਤੁਰਨ ਦੀ ਉਹਨਾਂ ਚਿਰ ਜ਼ਰੂਰਤ ਹੈ ਜਿੰਨਾ ਚਿਰ ਉਹ ਸਮੁੰਦਰ ਵਿੱਚ ਨਹੀਂ ਗਈ। ਜਦੋਂ ਸਮੁੰਦਰ ਵਿੱਚ ਉਹ ਨਦੀ ਲੀਨ ਹੋ ਗਈ ਤਾਂ ਉਹਦਾ ਤੁਰਨਾ ਆਪਣੇ ਆਪ ਰੁਕ ਗਿਆ। ਜਿਹੜੇ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਨੇ, ਉਹਨਾਂ ਨੂੰ ਧਾਰਮਿਕ ਕਰਮਾਂ ਦੀ ਵੀ ਜ਼ਰੂਰਤ ਨਹੀਂ ਪੈਂਦੀ, ਭਾਵੇਂ ਉਹ ਸੰਸਾਰ ਦੇ ਵਿੱਚ ਵਿਚਰਨ ਦੇ ਤੌਰ ਤੇ, ਬਾਹਰੀ ਤੌਰ ਤੇ ਧਾਰਮਿਕ ਕਰਮ ਕਰਦੇ ਰਹਿੰਦੇ, ਉਹਨਾਂ ਨੂੰ ਕੋਈ ਜ਼ਰੂਰਤ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਉਹਨਾਂ ਦੇ ਜੀਵਨ ਵਿੱਚੋਂ ਸ਼ਿਵ ਤੇ ਸ਼ਕਤ ਇਹ ਦੋਵੇਂ ਲੀਨ ਹੋ ਜਾਂਦੇ, ਬਲੀਨ ਹੋ ਜਾਂਦੇ, ਖਤਮ ਹੋ ਜਾਂਦੇ ਨੇ। ਔਰ ਇੱਕ ਉਹਨਾਂ ਦੇ ਸਹਿਜ ਸੁਭਾਅ ਵਿੱਚ ਅਕਾਲ ਪੁਰਖ ਵਾਹਿਗੁਰੂ ਜਿਹੜਾ ਪ੍ਰਗਟ ਹੋ ਜਾਂਦਾ ਹੈ। ਜਬ ਆਪਹਿ ਆਪ ਆਪਣੀ ਜੋਤ ਧਰੈ, ਤਬ ਕਵਣ ਨਿਡਰ ਕਵਣ ਕਤ ਡਰੈ। ਬਹੁਤ ਹੀ ਸਤਿਗੁਰਾਂ ਨੇ ਬਿਲਕੁਲ ਐਸਾ ਗਿਆਨ ਦਿੱਤਾ ਜਿਹਦੇ ਵਿੱਚ ਰੱਤੀ ਭਰ ਵੀ ਸੁਰਾਖ ਨਹੀਂ। ਕਈ ਚੀਜ਼ਾਂ, ਕਈ ਖਿਆਲ ਐਸੇ ਹੁੰਦੇ ਨੇ ਜਿਹਦੇ ਵਿੱਚੋਂ ਪਰਤ ਕੇ ਕੁਝ ਕੱਢਿਆ ਜਾ ਸਕਦਾ। ਇਹ ਸ਼ੁੱਧਤਮ ਬਿਆਨ ਹੈ ਧਰਮ ਦਾ ਕਿ ਨਾ ਉਹ ਕਿਸੇ ਤੋਂ ਡਰਦਾ ਹੈ ਤੇ ਨਾ ਉਹ ਨਿਡਰ ਹੈ। ਤਬ ਕਵਣ ਨਿਡਰ ਕਵਣ ਕਤ ਡਰੈ। ਇਹ ਦੋਵੇਂ ਹੀ ਅਵਗੁਣ ਨੇ, ਖਿਆਲ ਰੱਖਣਾ। ਡਰਨਾ ਵੀ ਅਵਗੁਣ ਹੈ ਤੇ ਨਿਰਭੈ ਹੋਣਾ ਵੀ ਅਵਗੁਣ ਹੈ ਇੱਕ ਥਾਂ ਤੇ ਜਾ ਕੇ। ਇਹ ਸਮਝ ਨਹੀਂ ਆਏਗਾ ਇੰਨੀ ਜਲਦੀ। ਡਰਨਾ ਵੀ ਅਵਗੁਣ, ਨਿਰਭੈ ਹੋਣਾ ਵੀ ਇੱਕ ਅਵਗੁਣ ਹੈ। ਦੋ ਦਸ਼ਾ ਨੇ, ਇਹਦੇ ਤੋਂ ਤੀਜੀ ਅੱਗੇ ਹੈ ਜਿੱਥੇ ਬੰਦਾ ਖਲਾਸ ਹੁੰਦਾ। ਜਬ ਹੋਵਤ ਪ੍ਰਭ ਕੇਵਲ ਧਨੀ, ਜਦੋਂ ਵਾਹਿਗੁਰੂ ਉਹਦੇ ਜੀਵਨ ਵਿੱਚ ਪ੍ਰਗਟ ਹੋ ਜਾਂਦੇ ਹਨ, ਤਬ ਬੰਧ ਮੁਕਤ, ਉਸ ਵੇਲੇ ਨਾ ਉਹ ਬੰਧਨ ਵਿੱਚ ਰਹਿੰਦਾ ਤੇ ਨਾ ਮੁਕਤੀ ਵਿੱਚ। ਇਹਦੇ ਤੋਂ ਅੱਗੇ ਚਲਾ ਜਾਂਦਾ। ਕਹੋ ਕਿਸ ਕੋ ਗਣੀ, ਉਹ ਕਿਹਦੇ ਵਾਸਤੇ ਗਿਣੀ ਜਾਏ, ਭਾਵ ਇਹਦੀ ਵੀ ਉਹ ਮੰਗ ਨਹੀਂ ਕਰਦੇ। ਹਜ਼ੂਰ ਕਹਿੰਦੇ ਜਬ ਏਕ ਹੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਕੌਣ ਫਿਰ ਨਰਕ ਮੰਗੇ, ਕੌਣ ਸਵਰਗ ਮੰਗੇ, ਕੌਣ ਨਰਕ ਤੋਂ ਬਚੇ ਤੇ ਕੌਣ ਸਵਰਗ ਪ੍ਰਾਪਤ ਕਰਨ ਵਾਸਤੇ ਸਾਧਨ ਕਰੇ। ਕਿਉਂਕਿ ਨਰਕ ਤੇ ਸਵਰਗ ਉਹਦੇ ਵਾਸਤੇ ਛੋਟੇ ਹੋ ਗਏ, ਉਹਨਾਂ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ। ਜਿਵੇਂ ਕੋਈ ਆਦਮੀ ਵੱਡੇ ਕੋਰਸ ਨੂੰ ਕਰਕੇ ਵੱਡੇ ਅਹੁਦੇ ਨੂੰ ਪ੍ਰਾਪਤ ਕਰ ਲੈਂਦਾ ਤੇ ਉਹਦੇ ਜੀਵਨ ਵਿੱਚ ਛੋਟੇ ਅਹੁਦੇ ਉਹਦੇ ਵਿੱਚ ਆਪਣੇ ਆਪ ਆ ਜਾਂਦੇ, ਉਹਨਾਂ ਵਾਸਤੇ ਉਹਨੂੰ ਮਿਹਨਤ ਨਹੀਂ ਕਰਨੀ ਪੈਂਦੀ। ਇਸੇ ਤਰ੍ਹਾਂ
ਜਿਨ੍ਹਾਂ ਦੇ ਜੀਵਨ ਦੇ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼ ਵਾਪਰ ਜਾਂਦੀ ਏ, ਨਾ ਉਹ ਨਰਕ ਤੋਂ ਬਚਣ ਦਾ ਸਾਧਨ ਕਰਦੇ ਨੇ, ਕਿਉਂਕਿ ਨਰਕ ਉਹਨਾਂ ਦੀ ਜ਼ਿੰਦਗੀ ਵਿੱਚ ਆ ਹੀ ਨਹੀਂ ਸਕਦਾ। ਭਾਵੇਂ ਉਹਨਾਂ ਨੂੰ ਕਿਹੜੇ ਨਰਕ ਵਿੱਚ ਭੇਜ ਦਿਓ, ਸਵਰਗ ਵਿੱਚ ਤਬਦੀਲ ਹੋ ਜਾਏਗਾ। ਤੇ ਨਾ ਉਹ ਸਵਰਗ ਦੀ ਪ੍ਰਾਪਤੀ ਵਾਸਤੇ ਕੋਈ ਸਾਧਨ ਕਰਦੇ ਨੇ, ਕਿਉਂਕਿ ਜਿੱਥੇ ਉਹਨਾਂ ਦਾ ਨਿਵਾਸ ਹੈ ਸਾਰੇ ਸਵਰਗ ਉਹਦੀ ਅਰਦਲ ਵਿੱਚ ਰਹਿੰਦੇ ਨੇ। ਉਹ ਇਹਨਾਂ ਚੀਜ਼ਾਂ ਤੋਂ ਉੱਚੇ ਹੋ ਜਾਂਦੇ ਨੇ, ਅਗੰਮ ਅਪਾਰ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ। ਹਜ਼ੂਰ ਕਹਿੰਦੇ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸ਼ਿਵ ਸ਼ਕਤ ਕਹੋ ਕਿਤ ਠਾਏ। ਇਹ ਸ਼ਿਵ ਸ਼ਕਤ ਸ਼ਬਦ ਬੜੀ ਵਾਰੀ ਗੁਰਬਾਣੀ ਵਿੱਚ ਆਏਗਾ। ਕਹਿੰਦੇ ਜਦੋਂ ਕਿਸੇ ਦੇ ਮਨ ਵਿੱਚ ਨਿਰਗੁਣ ਪ੍ਰਭੂ ਸਹਿਜ ਸੁਭਾਏ ਪ੍ਰਗਟ ਹੋ ਜਾਂਦੇ ਨੇ, ਸੁਭਾਅ ਵਿੱਚੋਂ ਪ੍ਰਗਟ ਹੋ ਜਾਂਦੇ ਨੇ, ਸੁਭਾਅ ਵਿੱਚੋਂ ਝਾਕਣ ਲੱਗ ਪੈਂਦੇ ਨੇ, ਉਸ ਵੇਲੇ ਉਹਦੀ ਜ਼ਿੰਦਗੀ ਵਿੱਚ ਸ਼ਿਵ ਤੇ ਸ਼ਕਤ ਦੋਵੇਂ ਨਹੀਂ ਰਹਿੰਦੀਆਂ। ਸ਼ਿਵ ਦਾ ਅਰਥ ਹੈ ਉਹ ਪਾਸਾ ਜਿਹੜਾ ਧਾਰਮਿਕ ਜਗਤ ਵਿੱਚ ਕੰਮ ਕਰਦਾ ਹੈ, ਤੇ ਸ਼ਕਤ ਦਾ ਅਰਥ ਹੈ ਮਾਇਆ ਸੰਸਾਰ। ਦੋ ਚੀਜ਼ਾਂ ਦਾ ਜੋੜ ਲਾ ਕੇ ਸਾਡਾ ਸਰੀਰ ਬਣਾਇਆ ਹੈ। ਸ਼ਿਵ ਦਾ ਅਰਥ ਹੈ ਉਹ ਹਿੱਸਾ ਜਿਹੜਾ ਆਤਮਾ ਨਾਲ ਜੁੜਿਆ ਹੋਇਆ, ਪ੍ਰਭੂ ਨਾਲ ਜੁੜਿਆ ਹੋਇਆ। ਜਿਵੇਂ ਆਪਾਂ ਸ਼ੁਭ ਕਰਮ ਕਰਨੇ ਆ, ਉਹ ਸ਼ਿਵ ਦਾ ਹਿੱਸਾ ਹੈ। ਧਾਰਮਿਕ ਕਰਮ ਕਰਨੇ, ਚੰਗੇ ਕਰਮ ਕਰਨੇ। ਜਿਹੜੇ ਅਸੀਂ ਸੰਸਾਰ ਦੇ ਕਰਮ ਕਰਨੇ, ਉਹ ਸ਼ਕਤ ਦਾ ਹਿੱਸਾ, ਸ਼ਕਤੀ ਦਾ, ਮਾਇਆ ਦਾ। ਜਿਹੜਾ ਇੱਥੇ ਗੁਰਮੁਖ ਇਸ ਚੌਥੀ ਅਵਸਥਾ ਵਿੱਚ ਚਲਾ ਜਾਂਦਾ, ਉਹਦੀ ਜੀਵਨ ਵਿੱਚ ਨਾ ਮਾਇਆ ਰਹਿੰਦੀ ਹੈ ਤੇ ਨਾ ਸ਼ਿਵ ਦਾ ਅਰਥ ਹੈ ਧਾਰਮਿਕ ਕਰਮਾਂ ਤੋਂ ਵੀ ਅੱਗੇ ਚਲਾ ਜਾਂਦਾ, ਇਸ ਜੰਜਾਲ ਤੋਂ ਵੀ ਪਾਰ ਨਿਕਲ ਜਾਂਦਾ ਹੈ। ਉਹ ਧਾਰਮਿਕ ਕਰਮਾਂ ਦੀ ਉਹਨੂੰ ਲੋੜ ਨਹੀਂ ਪੈਂਦੀ, ਕਿਉਂਕਿ ਜਦੋਂ ਪਾਣੀ ਵਿੱਚ ਪਾਣੀ ਮਿਲ ਗਿਆ, ਕਿਸੇ ਨਦੀ ਨੂੰ ਤੁਰਨ ਦੀ ਉਹਨਾਂ ਚਿਰ ਜ਼ਰੂਰਤ ਹੈ ਜਿੰਨਾ ਚਿਰ ਉਹ ਸਮੁੰਦਰ ਵਿੱਚ ਨਹੀਂ ਗਈ। ਜਦੋਂ ਸਮੁੰਦਰ ਵਿੱਚ ਉਹ ਨਦੀ ਲੀਨ ਹੋ ਗਈ ਤਾਂ ਉਹਦਾ ਤੁਰਨਾ ਆਪਣੇ ਆਪ ਰੁਕ ਗਿਆ। ਜਿਹੜੇ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਨੇ, ਉਹਨਾਂ ਨੂੰ ਧਾਰਮਿਕ ਕਰਮਾਂ ਦੀ ਵੀ ਜ਼ਰੂਰਤ ਨਹੀਂ ਪੈਂਦੀ, ਭਾਵੇਂ ਉਹ ਸੰਸਾਰ ਦੇ ਵਿੱਚ ਵਿਚਰਨ ਦੇ ਤੌਰ ਤੇ, ਬਾਹਰੀ ਤੌਰ ਤੇ ਧਾਰਮਿਕ ਕਰਮ ਕਰਦੇ ਰਹਿੰਦੇ, ਉਹਨਾਂ ਨੂੰ ਕੋਈ ਜ਼ਰੂਰਤ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਉਹਨਾਂ ਦੇ ਜੀਵਨ ਵਿੱਚੋਂ ਸ਼ਿਵ ਤੇ ਸ਼ਕਤ ਇਹ ਦੋਵੇਂ ਲੀਨ ਹੋ ਜਾਂਦੇ, ਬਲੀਨ ਹੋ ਜਾਂਦੇ, ਖਤਮ ਹੋ ਜਾਂਦੇ ਨੇ। ਔਰ ਇੱਕ ਉਹਨਾਂ ਦੇ ਸਹਿਜ ਸੁਭਾਅ ਵਿੱਚ ਅਕਾਲ ਪੁਰਖ ਵਾਹਿਗੁਰੂ ਜਿਹੜਾ ਪ੍ਰਗਟ ਹੋ ਜਾਂਦਾ ਹੈ। ਜਬ ਆਪਹਿ ਆਪ ਆਪਣੀ ਜੋਤ ਧਰੈ, ਤਬ ਕਵਣ ਨਿਡਰ ਕਵਣ ਕਤ ਡਰੈ। ਬਹੁਤ ਹੀ ਸਤਿਗੁਰਾਂ ਨੇ ਬਿਲਕੁਲ ਐਸਾ ਗਿਆਨ ਦਿੱਤਾ ਜਿਹਦੇ ਵਿੱਚ ਰੱਤੀ ਭਰ ਵੀ ਸੁਰਾਖ ਨਹੀਂ। ਕਈ ਚੀਜ਼ਾਂ, ਕਈ ਖਿਆਲ ਐਸੇ ਹੁੰਦੇ ਨੇ ਜਿਹਦੇ ਵਿੱਚੋਂ ਪਰਤ ਕੇ ਕੁਝ ਕੱਢਿਆ ਜਾ ਸਕਦਾ। ਇਹ ਸ਼ੁੱਧਤਮ ਬਿਆਨ ਹੈ ਧਰਮ ਦਾ ਕਿ ਨਾ ਉਹ ਕਿਸੇ ਤੋਂ ਡਰਦਾ ਹੈ ਤੇ ਨਾ ਉਹ ਨਿਡਰ ਹੈ। ਤਬ ਕਵਣ ਨਿਡਰ ਕਵਣ ਕਤ ਡਰੈ। ਇਹ ਦੋਵੇਂ ਹੀ ਅਵਗੁਣ ਨੇ, ਖਿਆਲ ਰੱਖਣਾ। ਡਰਨਾ ਵੀ ਅਵਗੁਣ ਹੈ ਤੇ ਨਿਰਭੈ ਹੋਣਾ ਵੀ ਅਵਗੁਣ ਹੈ ਇੱਕ ਥਾਂ ਤੇ ਜਾ ਕੇ। ਇਹ ਸਮਝ ਨਹੀਂ ਆਏਗਾ ਇੰਨੀ ਜਲਦੀ। ਡਰਨਾ ਵੀ ਅਵਗੁਣ, ਨਿਰਭੈ ਹੋਣਾ ਵੀ ਇੱਕ ਅਵਗੁਣ ਹੈ। ਦੋ ਦਸ਼ਾ ਨੇ, ਇਹਦੇ ਤੋਂ ਤੀਜੀ ਅੱਗੇ ਹੈ ਜਿੱਥੇ ਬੰਦਾ ਖਲਾਸ ਹੁੰਦਾ। ਉਦਾਹਰਨ ਦੇ ਤੌਰ ਤੇ ਕਹਾਂ, ਜੇ ਕੋਈ ਆਦਮੀ ਡਰਦਾ ਹੈ ਤੇ ਉਹ ਡਰ ਦੇ ਨਾਲ ਕੰਬਦਾ ਹੈ, ਮਾਯੂਸ ਹੁੰਦਾ ਹੈ, ਕਿਸੇ ਚੀਜ਼ ਤੋਂ ਡਰ ਗਿਆ, ਕਿਸੇ ਵੱਡੇ ਆਦਮੀ ਤੋਂ ਡਰਦਾ ਹੈ, ਉਹਦੇ ਅੰਦਰ ਮਾਯੂਸੀ ਹੈ, ਉਹਦੇ ਵਿੱਚ ਕੰਬ ਹੈ, ਉਹ ਡਰ ਰਿਹਾ ਹੈ, ਉਹ ਵੀ ਦੁੱਖ ਹੈ। ਤੇ ਇੱਕ ਆਦਮੀ ਡਰ ਰਿਹਾ ਸੀ, ਉਹਨੂੰ ਇੱਕ ਨਸ਼ਾ ਪਿਆ ਦਿਓ, ਨਸ਼ੇ ਦੇ ਸਰੂਰ ਵਿੱਚ ਉਹ ਨਿਡਰ ਹੋ ਗਿਆ, ਡਰਦਾ ਨਹੀਂ ਹੁਣ। ਉਹਨੂੰ ਹਲਾਸ਼ੇਰੀ ਦੇ ਦਿਓ ਵੀ ਤੂੰ ਪਰਵਾਹ ਨਾ ਕਰ, ਅਸੀਂ ਤੇਰੇ ਪਿੱਛੇ ਖੜੇ ਹਾਂ, ਉਹ ਨਿਡਰ ਹੋ ਗਿਆ। ਹੁਣ ਨਿਡਰ ਹੋ ਗਿਆ, ਡਰ ਤੋਂ ਤੇ ਰਹਿਤ ਹੋ ਗਿਆ, ਪਰ ਹੰਕਾਰੀ ਹੋ ਗਿਆ। ਇੱਕ ਰੱਸਾ ਗਲ ਵਿੱਚੋਂ ਲੱਥਾ, ਦੂਜਾ ਪੈ ਗਿਆ। ਸਾਡੇ ਵਿੱਚ ਵੀ ਵਾਪਰਦਾ ਹੈ। ਸਾਡੇ ਵਿੱਚ ਅੱਧੇ ਲੋਕ ਤੇ ਡਰਦੇ ਰਹਿੰਦੇ ਨੇ, ਇਹ ਨਾ ਹੋ ਜਾਏ ਗੁਰੂ ਕੋਲ ਚੱਲੀਏ, ਇਹ ਨਾ ਹੋ ਜਾਏ ਗੁਰੂ ਕੋਲ ਚੱਲੀਏ, ਕਿਤੇ ਸਾਡੇ ਜੀਵਨ ਵਿੱਚ ਦੁੱਖ ਨਾ ਆ ਜਾਏ ਤਾਂ ਅਸੀਂ ਗੁਰੂ ਕੋਲ ਆਉਂਦੇ ਹਾਂ। ਤੇ ਜਿਹੜੇ ਕੁਝ ਲੋਕ ਨੇ ਉਹ ਕਹਿੰਦੇ ਸਾਨੂੰ ਸੰਸਾਰ ਦੀ ਕੋਈ ਲੋੜ ਨਹੀਂ, ਸਾਡੇ ਕੋਲ ਬੜਾ ਕੁਝ ਹੈ, ਅਸੀਂ ਨਹੀਂ ਗੁਰੂ ਕੋਲੋਂ ਕੁਝ ਮੰਗਣਾ, ਨਾ ਸਾਨੂੰ ਕੋਈ ਦੁੱਖ, ਨਾ ਸਾਨੂੰ ਧਨ ਦੀ ਲੋੜ ਹੈ, ਨਾ ਸਾਨੂੰ ਕਿਸੇ ਤੰਦਰੁਸਤੀ ਦੀ ਲੋੜ ਹੈ। ਉਹ ਕਹਿੰਦੇ ਨੇ ਅਸੀਂ ਤੇ ਬਸ ਨਾਮ ਹੀ ਮੰਗਣਾ, ਅਸੀਂ ਹੋਰ ਕੁਝ ਨਹੀਂ ਮੰਗਣਾ।
ਉਹਨਾਂ ਵਿੱਚੋਂ ਇੱਕ ਤੇ ਅਵਗੁਣ ਹਟ ਗਿਆ, ਲੋਭ, ਤੇ ਦੂਜੇ ਅਵਗੁਣ ਨੇ ਫੜ ਲਿਆ। ਉਹ ਕਿਹੜਾ? ਉਹ ਇਹ ਵੀ ਸਾਨੂੰ ਲੋੜ ਹੀ ਕੋਈ ਨਹੀਂ, ਅਸੀਂ ਇਕੱਲਾ ਨਾਮ ਹੀ ਮੰਗਣਾ, ਉਹ ਵੀ ਫਸ ਗਏ। ਉਹਨਾਂ ਵਿੱਚ ਦੂਸਰਾ ਅਵਗੁਣ ਆ ਗਿਆ। ਅੰਦਰ ਇੱਕ ਹੰਕਾਰ ਦੀ ਪ੍ਰਵਿਰਤੀ ਬਣਦੀ ਹੈ ਕਿ ਮੈਂ ਉੱਚਾ ਸਾਧਕ ਹਾਂ, ਮੈਂ ਨਾਮ ਤੋਂ ਬਿਨਾਂ ਕੁਝ ਨਹੀਂ ਮੰਗਦਾ। ਦੋਵੇਂ ਫਸ ਗਏ। ਹਜ਼ੂਰ ਕਹਿੰਦੇ ਤੂੰ ਜਿਹੜੀ ਦਸ਼ਾ ਵਿੱਚ ਹੈ ਉਹਦੇ ਵਿੱਚ ਹੀ ਫਸੇਗਾ। ਇਸ ਕਰਕੇ ਕਹਿੰਦੇ ਫਾਸਨ ਕੀ ਵਿਦ ਸਭ ਕੋ ਜਾਣੈ, ਛੂਟਣ ਕੀ ਵਿਦ ਕੋ। ਤਿਆਗ ਨਹੀਂ ਸੀ ਕੀਤਾ ਉਦੋਂ ਪਾਪ ਸੀ, ਤਿਆਗ ਕਰ ਲਿਆ ਤੇ ਹੰਕਾਰ ਹੋ ਗਿਆ। ਗ੍ਰਸਤ ਮੈਂ ਚਿੰਤ, ਗ੍ਰਸਤੀ ਸੀ ਉਦੋਂ ਤੇ ਪਾਪੀ ਸੀ। ਕਹਿੰਦੇ ਲੋਕ ਕਹਿੰਦੇ ਗ੍ਰਸਤੀ ਪਾਪੀ ਹੁੰਦਾ ਵੀ ਝੂਠ ਬੋਲਦਾ, ਕੰਮ ਕਰਦਾ। ਇੱਕ ਤੇ ਉਦੋਂ ਅਵਗੁਣ ਸੀ। ਗ੍ਰਸਤੀ ਵੈਸੇ ਪਾਪੀ ਨਹੀਂ ਹੁੰਦਾ, ਮੈਂ ਸਿਰਫ ਸ਼ਬਦ ਵਰਤ ਰਿਹਾ ਜਿਹੜੇ ਵਰਤੇ ਜਾਂਦੇ। ਗ੍ਰਸਤੀ ਨੂੰ ਮੰਨਿਆ ਜਾਂਦਾ ਵੀ ਇਹ ਧਰਮ ਹੀ ਨਹੀਂ ਹੋ ਸਕਦਾ। ਤੇ ਗੁਰੂ ਸਾਹਿਬ ਕਹਿੰਦੇ ਉਦਾਸ, ਜਦੋਂ ਉਦਾਸੀ ਹੋ ਗਿਆ ਉਦੋਂ ਹੰਕਾਰੀ ਹੋ ਗਿਆ ਵੀ ਮੈਂ ਤੇ ਗ੍ਰਸਤ ਛੱਡ ਦਿੱਤਾ ਹੈ। ਮੈਂ ਕਿਹੜਾ, ਕਹਿੰਦੇ ਬੜਾ ਹੰਕਾਰ ਹੈ ਨਾ, ਮੈਂ ਜੀ ਧਰਮ ਦਾ ਕੰਮ ਕਰ ਰਿਹਾ, ਮੈਂ ਕਿਹੜਾ ਆਪਣੇ ਪਰਿਵਾਰ ਵਾਸਤੇ ਕਰ ਰਿਹਾ। ਪਰਿਵਾਰ ਵਾਸਤੇ ਤੇ ਨਹੀਂ ਕਰ ਰਿਹਾ, ਆਪਣੇ ਸਰੀਰ ਵਾਸਤੇ ਤੇ ਕਰ ਹੀ ਰਿਹਾ ਨਾ। ਖਿਆਲ ਕਰਨਾ, ਜਿਹੜਾ ਸੰਨਿਆਸੀ ਹੈ ਉਹ ਕੀ ਕਰ ਰਿਹਾ ਹੈ? ਉਹ ਆਪਣੀ ਜ਼ਿੰਦਗੀ ਨੂੰ ਅੱਗੇ ਬਿਤਾ ਰਿਹਾ ਹੈ ਧਰਮ ਦਾ ਆਸਰਾ ਲੈ ਕੇ। ਕੀ ਹੋਇਆ? ਉਹ ਦੋ ਚਾਰ ਜੀਆਂ ਵਾਸਤੇ ਹੋਰ ਨਹੀਂ ਕਰਦਾ। ਤੇ ਫਿਰ ਦੂਸਰੀ ਗੱਲ, ਉਹਨੇ ਇੱਕ ਪਰਿਵਾਰ ਛੱਡਿਆ ਤੇ ਕਈ ਪਰਿਵਾਰ ਆਪਣੇ ਪਿੱਛੇ ਲਾਏ। ਉਹ ਵੀ ਇੱਕ ਬੰਧਨ ਹੈ। ਇਸ ਤਰ੍ਹਾਂ ਦੇ ਛੋਟੇ ਛੋਟੇ ਹੰਕਾਰ ਦੇ ਬੰਧਨ ਨੇ ਜਿਹੜੇ ਸਾਡੇ ਜੀਵਨ ਵਿੱਚ ਕਿਤੇ ਵੀ ਵਾਪਰ ਸਕਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਭਾਵੇਂ ਤੂੰ ਕਿਹੜੀ ਥਾਂ ਤੇ ਹੈ, ਭਾਵੇਂ ਗ੍ਰਸਤੀ ਹੈ, ਉਦਾਸੀ ਹੈ, ਤੂੰ ਹੰਕਾਰ ਤੋਂ ਬਚੇਗਾ ਤੇ ਤੇਰਾ ਗ੍ਰਸਤ ਵੀ ਪ੍ਰਵਾਨ ਤੇ ਤੇਰੀ ਉਦਾਸੀ ਵੀ ਪ੍ਰਵਾਨ। ਫਿਰ ਦੋਵੇਂ ਪ੍ਰਵਾਨ ਹੋ ਗਈਆਂ। ਨਹੀਂ ਤੇ ਗ੍ਰਸਤ ਮੈਂ ਚਿੰਤ, ਉਦਾਸ, ਅਹੰਕਾਰ, ਕਰਮ ਕਰਤ ਜੀ ਕੋ ਜੰਜਾਰ। ਕਰਮ ਕਰਦਿਆਂ ਜੰਜਾਲ ਪੈਂਦੇ ਨੇ। ਪਰ ਦੂਜੇ ਪਾਸੇ ਬਚਨ ਕੀਤਾ, ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ। ਜਿਨਨੇ ਤੈਨੂੰ ਜਾਣ ਲਿਆ, ਜਿਹੜਾ ਤੇਰੇ ਨਾਲ ਜੁੜ ਗਿਆ, ਉਹ ਗ੍ਰਸਤੀ ਵੀ ਪ੍ਰਵਾਨ ਹੈ ਤੇ ਜੇ ਉਹਨੇ ਗ੍ਰਸਤ ਤਿਆਗਿਆ, ਉਦਾਸੀ ਬਣਿਆ, ਉਦਾਸੀ ਵੀ ਪ੍ਰਵਾਨ। ਜਿਹੜਾ ਮਸਲਾ ਹੈ ਉਹ ਜੁੜਨ ਦਾ ਹੈ ਤੇ ਹੰਕਾਰ ਖਤਮ ਕਰਨ ਦਾ ਹੈ। ਆਦਮੀ ਕਿਹੜੀ ਸ਼੍ਰੇਣੀ ਵਿੱਚ ਕੰਮ ਕਰ ਰਿਹਾ ਇਹਦੇ ਨਾਲ ਕੋਈ ਮਤਲਬ ਨਹੀਂ। ਵਿਦਿਆਰਥੀ ਨੇ ਵਿਦਿਆ ਲੈਣੀ ਹੈ, ਜ਼ਰੂਰੀ ਨਹੀਂ ਵੀ ਉਹ ਕਿਹੜੇ ਸਕੂਲ ਵਿੱਚ ਲੈ ਰਿਹਾ ਹੈ, ਕਿੱਥੋਂ ਪੜ੍ਹ ਰਿਹਾ ਹੈ, ਉਹ ਵਿਦਿਆ ਵਿੱਚ ਮਾਹਿਰ ਹੋਣਾ ਚਾਹੀਦਾ। ਇਸ ਕਰਕੇ ਕਹਿੰਦੇ ਜਿਹੜਾ ਮਨੁੱਖ ਜਿਹਦੇ ਵਿੱਚ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਜਾਏ ਨਾ, ਜਬ ਆਪਹਿ ਆਪ ਆਪਣੀ ਜੋਤ ਧਰੈ, ਜਿਹਦੇ ਵਿੱਚ ਆਪਣੀ ਜੋਤ ਧਰੈ ਦਾ ਅਰਥ ਪ੍ਰਗਟ ਕਰ ਦਿੰਦਾ, ਤਬ ਕਵਣ ਨਿਡਰ। ਉਹਨੂੰ ਫਿਰ ਇਹ ਵੀ ਨਹੀਂ ਐਲਾਨ ਕਰਨਾ ਪੈਂਦਾ ਵੀ ਮੈਂ ਨਹੀਂ ਕਿਸੇ ਤੋਂ ਡਰਦਾ, ਮੈਂ ਨਹੀਂ ਕਿਸੇ ਤੋਂ ਡਰਦਾ। ਇਹ ਵੀ ਐਲਾਨ ਨਹੀਂ ਕਰਦਾ ਉਹ, ਕਿਉਂਕਿ ਇਹ ਐਲਾਨ ਕੀਤਿਆਂ ਵੀ ਹੰਕਾਰ ਦੇ ਬੀਜ ਫਿਰ ਪੈ ਜਾਂਦੇ ਜ਼ਿੰਦਗੀ ਵਿੱਚ। ਉਹ ਆਪਣੇ ਆਪ ਨੂੰ ਨਿਡਰ ਘੋਸ਼ਿਤ ਵੀ ਨਹੀਂ ਕਰਦਾ ਤੇ ਨਾ ਕਿਸੇ ਤੋਂ ਡਰਦਾ ਹੈ। ਕਵਣ ਕਤ ਡਰੈ, ਕਿਸੇ ਤੋਂ ਕਿਉਂ ਡਰੇਗਾ। ਹਜ਼ੂਰ ਕਹਿੰਦੇ ਆਪਨ ਚਲਿਤ ਆਪ ਕਰਨੈ ਹਾਰ। ਇਹ ਸਾਰੇ ਹੀ ਚਰਿੱਤਰ ਉਸ ਗੁਰਮੁਖ ਦੇ ਜੀਵਨ ਵਿੱਚ ਵਾਹਿਗੁਰੂ ਆਪ ਵਰਤਾਉਂਦਾ ਹੈ, ਆਪ ਕਰਦਾ ਹੈ। ਨਾਨਕ ਠਾਕੁਰ ਅਗੰਮ ਅਪਾਰ। ਉਹ ਵਾਹਿਗੁਰੂ ਅਗੰਮ ਹੈ, ਅਪਾਰ ਹੈ, ਬਖਸ਼ਾਂ ਦਾ ਦਾਤਾ ਹੈ। ਅਬਿਨਾਸੀ ਸੁਖ ਆਪਨ ਆਸਣ, ਤਹਿ ਜਨਮ ਮਰਨ ਕਉ ਕਹਾਂ ਬਿਨਾਸਨ। ਐਸੇ ਗੁਰਮੁਖ ਦਾ ਜਿਹੜਾ ਆਸਣ ਹੈ ਨਾ, ਜਿਹੜਾ ਟਿਕਾਣਾ ਹੈ ਮਨ ਦਾ, ਜੀਵਨ ਦਾ, ਉਹ ਸੁਖ ਅਬਿਨਾਸੀ ਆਸਣ ਨੂੰ ਪ੍ਰਾਪਤ ਕਰ ਲੈਂਦਾ ਹੈ। ਉੱਥੇ ਨਾ ਜਨਮ ਦਾ ਡਰ, ਨਾ ਮੌਤ ਦਾ। ਤੈ ਜਨਮ ਮਰਨ ਕਹੋ ਕਹਾ ਬਿਨਾਸਨ। ਉਹਦੇ ਵਿੱਚੋਂ ਬਿਨਸਨ ਦਾ ਡਰ ਖਤਮ ਹੋ ਜਾਂਦਾ, ਮੌਤ ਦਾ ਭੈ ਖਤਮ ਹੋ ਜਾਂਦਾ ਹੈ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਜਦੋਂ ਉਹਦੇ ਜੀਵਨ ਦੇ ਵਿੱਚ ਪੂਰਨ ਵਾਹਿਗੁਰੂ ਕਰਤਾ ਬਣ ਕੇ ਕੰਮ ਕਰਦਾ ਹੈ, ਜਬ ਪੂਰਨ ਕਰਤਾ ਪ੍ਰਭ ਸੋਏ, ਉਹ ਖੁਦ ਨਹੀਂ ਕਰਦਾ, ਉਹਦੇ ਵਿੱਚ ਵਾਹਿਗੁਰੂ ਕੰਮ ਕਰਨ ਲੱਗ ਪੈਂਦਾ ਹੈ। ਫਿਰ ਉਸ ਮਨੁੱਖ ਨੂੰ ਜਮ ਦੀ ਤਰਾਸ, ਭਾਵ ਜਮਾਂ ਨੂੰ ਲੇਖਾ ਨਹੀਂ ਦੇਣਾ ਪੈਂਦਾ। ਇਸ ਡਰ ਤੋਂ ਉੱਚਾ ਹੋ ਜਾਂਦਾ। ਜਬ ਅਬੇਗਤ ਅਗੋਚਰ ਪ੍ਰਭ ਏਕਾ,
तब चित्र गुप्त किस पूछत लेखा। ऐसे गुरमुखां तो चित्र गुप्त ਜਿਹੜੇ ਨੇ ਉਹ ਲੇਖਾ ਨਹੀਂ ਲੈਂਦੇ, ਉਹਨਾਂ ਦੇ ਕੈਮਰੇ ਹਟ ਜਾਂਦੇ ਨੇ, ਉਹ ਨਹੀਂ ਉਹਦਾ ਹਿਸਾਬ ਕਿਤਾਬ ਲੈਂਦੇ। ਅਵਗਤ ਐਸੇ ਵਾਹਿਗੁਰੂ ਨੂੰ ਅਗੋਚਰ ਜੋ ਬਹੁਤ ਉੱਚਾ ਇੰਦਰੀਆਂ ਤੋਂ ਪਰੇ ਹੈ, ਚਿੱਤਰ ਗੁਪਤ ਉਹਦੇ ਤੋਂ ਲੇਖਾ ਨਹੀਂ ਪੁੱਛਦੇ, ਉਹਦੇ ਤੇ ਡੰਨ ਨਹੀਂ ਲਾਉਂਦੇ। ਐਸੀ ਦਸ਼ਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ। ਐਸੇ ਮਨੁੱਖਾਂ ਨੂੰ ਕੌਣ ਬੰਨੇ, ਐਸੇ ਗੁਰਮੁਖਾਂ ਨੂੰ ਛੁੱਟਣ ਦੀ ਤੇ ਬੰਧਨ ਦਾ ਡਰ ਹੀ ਖਤਮ ਹੋ ਗਿਆ, ਉਹਦੇ ਵਿੱਚ ਲੀਨ ਹੋ ਗਏ। ਨਾ ਉਹਨਾਂ ਨੂੰ ਬੰਧਨ ਪੈ ਸਕਦਾ ਤੇ ਛੁੱਟਣ ਦਾ ਉਹਨਾਂ ਦੇ ਜੀਵਨ ਵਿੱਚ ਖਿਆਲ ਹੀ ਨਹੀਂ ਆਉਂਦਾ, ਕਿਉਂਕਿ ਛੁੱਟਣਾ ਉਹ ਚਾਹੁੰਦੇ ਨੇ ਜਿਹੜੇ ਬੱਝੇ ਹੋਏ ਨੇ, ਉਹ ਬਿਲਕੁਲ ਮੁਕਤ ਹੋ ਜਾਂਦੇ ਨੇ। ਇਹਦਾ ਭਾਵ ਇਹ ਹੈ, ਉਹ ਨਾਥ ਸਾਰਿਆਂ ਦਾ ਮਾਲਕ, ਨਿਰੰਜਨ, ਮਾਇਆ ਤੋਂ ਰਹਿਤ, ਅਗੋਚਰ, ਜਿਹੜਾ ਪਰੇ ਤੋਂ ਪਰੇ ਅਕਾਲ ਪੁਰਖ ਉਹਨਾਂ ਦੇ ਜੀਵਨ ਵਿੱਚ ਬਖਸ਼ਿਸ਼ ਕਰ ਦਿੰਦਾ ਹੈ। ਸਭ ਕਹਿੰਦੇ ਆਪਣੇ ਆਪ ਆਪ ਹੀ ਆਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਇਹ ਸਾਰੀ ਦੀ ਸਾਰੀ ਗੁਰਮੁਖ ਦੇ ਜੀਵਨ ਦੀ ਕਹਾਣੀ ਹੈ, ਦਸ਼ਾ ਹੈ। ਕਹਿੰਦੇ ਉਹਦੇ ਜੀਵਨ ਵਿੱਚ ਉਹ ਆਪ ਹੀ ਆਪਣ ਆਪ ਆਪ, ਉਹਨੂੰ ਇੰਜ ਲੱਗਦਾ ਵੀ ਮੈਂ ਹੈ ਹੀ ਨਹੀਂ, ਤੂੰ ਕਰਤਾ, ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਇਸ ਤਰ੍ਹਾਂ ਦੀ ਦਸ਼ਾ ਵਿੱਚ ਉਹ ਅਚਰਜ ਹੈਰਾਨ ਹੋ ਜਾਂਦਾ। ਐਸਾ ਗੁਰਮੁਖ ਨਾਨਕ ਆਪਣ ਰੂਪ ਆਪ ਹੀ ਉਪਰਜਾ। ਉਪਰਜਾ ਦੇ ਅਰਥ ਨੇ ਪੈਦਾ ਕਰਨਾ। ਉਹਨਾਂ ਦਾ ਆਪਣਾ ਰੂਪ ਉਹਦੇ ਵਰਗਾ ਹੀ ਉਪਜ ਪੈਂਦਾ, ਭਾਵ ਪੈਦਾ ਹੋ ਜਾਂਦਾ ਹੈ। ਚੌਥੇ ਅੰਕ ਵਿੱਚ ਸਾਹਿਬ ਕਿਰਪਾ ਕਰ ਰਹੇ ਹਨ। ਕਹਿੰਦੇ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ। ਇੱਕ ਐਸੀ ਦਸ਼ਾ ਹੈ ਜਿੱਥੇ ਜਾ ਕੇ ਮਨੁੱਖ ਨੂੰ ਪਾਪ ਨਹੀਂ ਲੱਗਦਾ, ਪਾਪ ਦੀ ਮੈਲ ਨਹੀਂ ਚੰਬੜਦੀ। ਇਹ ਉਸ ਦਸ਼ਾ ਨੂੰ ਵਰਣਨ ਕਰ ਰਹੇ ਨੇ। ਫਿਰ ਜਦੋਂ ਮੈਲ ਨਹੀਂ ਲੱਗੀ ਤੇ ਉਹਨਾਂ ਨੂੰ ਨਹਾਉਣਾ ਨਹੀਂ ਪੈਂਦਾ, ਉਹਨਾਂ ਨੂੰ ਮੈਲ ਲਾਉਣੀ ਨਹੀਂ ਪੈਂਦੀ। ਜਦੋਂ ਅੱਠੇ ਪੈਰ ਅਕਾਲ ਪੁਰਖ ਨਿਰਮਲ ਰੂਪ ਵਿੱਚ ਉਹਨਾਂ ਦੇ ਮਨ ਵਿੱਚ ਨਿਵਾਸ ਕਰਦਾ ਹੈ, ਜਿਵੇਂ ਆਮ ਆਦਮੀ ਹੈ, ਆਮ ਧਾਰਮਿਕ ਬੰਦਾ ਹੈ, ਉਹਨੂੰ 2 ਟਾਈਮ ਦਾ ਨਿਤਨੇਮ ਦਿੱਤਾ ਗਿਆ, ਕਿਉਂਕਿ ਦਿਨੇ ਜਿਹੜੇ ਅਸੀਂ ਕਰਮ ਕਰਨੇ ਆ, ਭਾਵੇਂ ਅਸੀਂ ਕਿੰਨਾ ਵੀ ਬਚੀਏ, ਕੁਝ ਨਾ ਕੁਝ ਮੈਲ ਸਾਡੇ ਮਨ ਤੇ ਜ਼ਰੂਰ ਪੈਂਦੀ ਹੈ। ਸ਼ਾਮ ਨੂੰ ਨਿਤਨੇਮ ਦਿੱਤਾ ਵੀ ਉਹ ਮੈਲ ਨਿਤਨੇਮ ਨਾਲ ਜਿਹੜੀ ਆਰਜੀ ਹੈ ਇਕੱਠੀ ਨਾ ਹੁੰਦੀ ਜਾਏ, ਕਿਉਂਕਿ ਜੇ ਮੈਲ ਲਗਾਤਾਰ ਇਕੱਠੀ ਹੁੰਦੀ ਜਾਏ ਤੇ ਫਿਰ ਉਸ ਕੱਪੜੇ ਨੂੰ ਧੋਣਾ ਕਠਿਨ ਹੈ। ਜੇ ਉਹਨੂੰ ਨਾਲੋਂ ਨਾਲ ਥੋੜ੍ਹਾ ਥੋੜ੍ਹਾ ਧੋਂਦੇ ਰਹੀਏ ਤੇ ਉਹ ਕੱਪੜਾ ਜਿਹੜਾ ਜਲਦੀ ਉਜਲ ਹੋ ਜਾਂਦਾ। ਇਸ ਕਰਕੇ ਗੁਰੂ ਸਾਹਿਬ ਨੇ 2 ਟਾਈਮ ਦਾ ਨਿਤਨੇਮ ਤਾਂ ਦਿੱਤਾ। ਫਿਰ ਸਵੇਰ ਦੇ ਟਾਈਮ ਇਹ ਨਿਤਨੇਮ ਦਿੱਤਾ ਤਾਂ ਕਿ ਜਿਹੜੀ ਮੈਲ ਹੈ ਧੋ ਕੇ ਪੂਰੀ ਤਰ੍ਹਾਂ ਉਜਲ ਕਰ ਲਿਆ ਜਾਏ। ਫਿਰ 12 ਘੰਟੇ ਵਾਸਤੇ ਮਨ ਤਿਆਰ ਹੋ ਜਾਏ। ਇਸੇ ਤਰ੍ਹਾਂ ਇਸਲਾਮ ਨੇ ਹੋਰ ਵੀ ਇਹਦੇ ਤੋਂ ਵੱਖਰਾ ਵਿਗਿਆਨ ਵਰਤਿਆ। ਉਹਨਾਂ ਨੇ ਸੋਚਿਆ ਵੀ 12 ਘੰਟੇ ਵੀ ਬਹੁਤ ਲੰਬੇ ਨੇ, ਉਹਨਾਂ ਨੇ 12 ਘੰਟਿਆਂ ਵਿੱਚ 5 ਵਾਰੀ ਕਰ ਦਿੱਤਾ, 2-2 ਘੰਟੇ ਬਾਅਦ ਨਮਾਜ਼, 2-2 ਘੰਟੇ ਬਾਅਦ, ਤਾਂ ਕਿ ਇਹਨੂੰ ਮੌਕਾ ਨਾ ਮਿਲੇ ਬਹੁਤਾ ਲੰਬਾ ਮੈਲੇ ਹੋਣ ਦਾ। ਪਰ ਗੁਰੂ ਸਾਹਿਬ ਨੇ ਜਦੋਂ ਗ੍ਰਸਤੀ ਜੀਵਨ ਵੱਲ ਵੇਖਿਆ ਵੀ ਇਹ ਤਾਂ ਇੱਕ ਤਰ੍ਹਾਂ ਦਾ ਵਾਰ-ਵਾਰ ਮਨੁੱਖ ਵਾਸਤੇ ਥੋੜ੍ਹਾ ਜਿਹਾ ਕਠਿਨ ਹੈ, ਤਾਂ ਸਤਿਗੁਰਾਂ ਨੇ ਸਾਨੂੰ 2 ਟਾਈਮ ਦੇ ਦਿੱਤਾ। ਪਰ ਅਸੀਂ 2 ਟਾਈਮ ਤੋਂ ਵੀ ਕਈ ਵਾਰੀ ਤੰਗ ਹੋ ਜਾਂਦੇ, ਉਹਦੇ ਤੋਂ ਵੀ ਅਸੀਂ ਛੁੱਟਣਾ ਚਾਹੁੰਦੇ ਹਾਂ। ਤਾਂ ਫਿਰ ਜਦੋਂ ਮੈਲੇ ਰਹਿਣ ਦੀ ਆਦਤ ਪੈ ਜਾਂਦੀ, ਕਈ ਵਾਰੀ ਮੈਲ ਨਾਲ ਪ੍ਰੇਮ ਹੋ ਜਾਂਦਾ, ਫਿਰ ਬੰਦਾ ਮੈਲ ਨੂੰ ਪ੍ਰੇਮ ਕਰਨ ਲੱਗ ਪੈਂਦਾ ਹੈ। ਇਸ ਤਰ੍ਹਾਂ ਸਤਿਗੁਰੂ ਕਹਿੰਦੇ, ਪਰ ਜਿਹੜੇ ਬ੍ਰਹਮ ਗਿਆਨੀ ਗੁਰਮੁਖ ਜਨ ਉਹਦੇ ਚਰਨਾਂ ਨਾਲ ਜੁੜ ਜਾਂਦੇ ਨੇ, ਉਹਨਾਂ ਦੇ ਜੀਵਨ ਵਿੱਚ ਇੰਨੀ ਨਿਰਮਲਤਾ ਆ ਜਾਂਦੀ ਹੈ, ਜੈ ਨਿਰਮਲ ਪੁਰਖ ਪੁਰਖ ਪਤ ਹੋਤਾ, ਜਿੱਥੇ ਉਹ ਆਪ ਹੀ ਪ੍ਰਗਟ ਹੋ ਗਿਆ। ਤੈ ਬਿਨ ਮੈਲ ਕਹੋ ਕਿਆ ਧੋਤਾ, ਉਹਨਾਂ ਨੂੰ ਮੈਲ ਲੱਗਦੀ ਹੀ ਨਹੀਂ। ਭਾਵ ਇਹ ਹੈ
ਉਹਨਾਂ ਨੂੰ ਇਹ ਦੋਵੇਂ ਟਾਈਮ ਧੋਣ ਦੀ ਵੀ ਲੋੜ ਨਹੀਂ ਪੈਂਦੀ, ਪਰ ਫਿਰ ਵੀ ਸਿੱਖੀ ਮੰਡਲ ਦੇ ਅੰਦਰ ਗੁਰੂ ਸਾਹਿਬ ਨੇ ਇੱਕ ਤਰੀਕਾ ਰੱਖਿਆ ਵੀ ਭਾਵੇਂ ਕੋਈ ਕਿੰਨਾ ਵੀ ਪਹੁੰਚ ਗਿਆ ਹੈ, ਉਹਨੂੰ ਵੀ ਨਿਤਨੇਮੀ ਰੱਖਿਆ, ਉਹਨੂੰ ਵੀ ਸਵੇਰੇ ਸ਼ਾਮ ਇਹ ਹਦਾਇਤ ਕੀਤੀ। ਕਿਉਂਕਿ ਜਿਹੜੇ ਦੂਸਰੇ ਲੋਕ ਨੇ ਨਹੀਂ ਜੁੜੇ, ਉਹ ਤੁਸੀਂ ਕਦੀ ਵੇਖਣਾ ਉਹਨਾਂ ਲੋਕਾਂ ਦੀ ਰੀਸ ਕਰਨਗੇ। ਇਹ ਨਹੀਂ ਦੇਖਣਾ ਵੀ ਉਹ ਕਿੰਨੇ ਚਿਰ ਦੇ ਲੱਗੇ ਨੇ, ਉਹਨਾਂ ਕਿੰਨਾ ਕੰਮ ਕਰ ਲਿਆ। ਉਹ ਹਰ ਇੱਕ ਚੀਜ਼ ਉਹਨਾਂ ਵੱਲ ਵੇਖਣਗੇ, ਇਸ ਕਰਕੇ ਭੁਲੇਖੇ ਵਿੱਚ ਪੈਣਗੇ। ਉਸ ਭੁਲੇਖੇ ਤੋਂ ਉਹਨਾਂ ਨੂੰ ਬਚਾਉਣ ਲਈ ਉਹ ਉਸੇ ਤਰ੍ਹਾਂ ਕਰਮ ਕਰੀ ਜਾਂਦੇ, ਜਦ ਕਿ ਉਹਨਾਂ ਨੂੰ ਲੋੜ ਨਹੀਂ ਹੁੰਦੀ। ਮੈਲ ਉਹਨਾਂ ਤੱਕ ਆਉਂਦੀ ਨਹੀਂ, ਪਾਪ ਉਹਨਾਂ ਤੱਕ ਪਹੁੰਚਦੇ ਨਹੀਂ। ਇੱਥੇ ਸਤਿਗੁਰੂ ਕਹਿੰਦੇ, ਤੈ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਵਾਣ, ਤਹ ਕੌਣ ਕੋ ਮਾਨ ਕੌਣ ਅਭਿਮਾਨ। ਜਿੱਥੇ ਨਿਰੰਜਨ ਵਾਹਿਗੁਰੂ ਪ੍ਰਗਟ ਹੋ ਗਏ, ਜਿਸ ਸਰੀਰ ਵਿੱਚ ਨਿਰੰਕਾਰ ਨਿਰਵਾਣ ਆਕਾਰ ਤੋਂ ਰਹਿਤ ਜਿਸ ਦੇ ਮਨ ਵਿੱਚ ਵਸੇ, ਉਹਨਾਂ ਨੂੰ ਨਾ ਮਾਣ ਤੇ ਨਾ ਅਭਿਮਾਨ। ਇਹ ਦੋਵੇਂ ਚੀਜ਼ਾਂ ਉਹਨਾਂ ਦੇ ਜੀਵਨ ਵਿੱਚੋਂ ਖਤਮ ਹੋ ਗਈਆਂ। ਜਹ ਸਰੂਪ ਕੇਵਲ ਜਗਦੀਸ਼, ਤੈ ਛਲ ਛਿਦਰ ਲਗਤ ਕਉ ਕੀਸ। ਹੁਣ ਉਸ ਬੰਦੇ ਨੂੰ ਕੌਣ ਛਲੇਗਾ, ਕਿਉਂਕਿ ਉਹਦੇ ਕੋਲ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਜਿਹਨੂੰ ਛਲਿਆ ਜਾ ਸਕੇ, ਜਿਹਨੂੰ ਖੋਇਆ ਜਾ ਸਕੇ। ਉਹ ਇਹਨਾਂ ਛਿਦਰਾਂ ਤੋਂ ਛਿਦਰ ਦਾ ਭਾਵ ਸੁਰਾਖ, ਕੋਈ ਰਸਤਾ ਨਹੀਂ ਉਹਨੂੰ ਧੋਖਾ ਦੇਣ ਦਾ, ਉਹਨੂੰ ਛਲਣ ਦਾ, ਕਿਉਂਕਿ ਉਹ ਕਿਸੇ ਚੀਜ਼ ਨਾਲ ਬੱਝੇ ਹੀ ਨਹੀਂ ਹੋਇਆ। ਉਹਨੂੰ ਮਾਣ ਦਿਓ, ਅਪਮਾਨ ਦਿਓ, ਜੋ ਵੀ ਮਿਲੇ ਉਹ ਹਰ ਇੱਕ ਚੀਜ਼ ਨਾਲ ਰਾਜੀ ਹੋ ਜਾਂਦਾ ਹੈ, ਔਰ ਜਗਦੀਸ਼ ਦਾ ਸਰੂਪ ਉਹਦੇ ਮਨ ਵਿੱਚ ਪ੍ਰਗਟ ਹੋ ਜਾਂਦਾ ਹੈ। ਹਜ਼ੂਰ ਕਹਿੰਦੇ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ। ਜੋਤ ਸਰੂਪੀ ਇੱਕ ਸਾਡਾ ਮਨ ਹੈ, ਇੱਕ ਸਾਡੇ ਅੰਦਰ ਜੋਤ। ਗੁਰੂ ਸਾਹਿਬ ਨੇ ਕਿਹਾ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਪਰ ਇੱਕ ਇਸ ਅੰਦਰਲੀ ਜੋਤ ਦਾ ਮੂਲ ਸਰੋਤ ਹੈ ਅਕਾਲ ਪੁਰਖ ਆਪ, ਉੱਥੋਂ ਤੱਕ ਸਿੱਖ ਨੇ ਜਾਣਾ। ਪਰ ਰਸਤਾ ਇਹੀ ਹੈ, ਪਹਿਲਾਂ ਆਪਣੀ ਜੋਤ ਲੱਭੇਗਾ ਤਾਂ ਹੀ ਵੱਡੀ ਜੋਤ ਨਾਲ ਜੁੜੇਗਾ। ਇਸ ਤਰੀਕੇ ਨਾਲ ਉਸ ਜੋਤ ਦੇ ਵਿੱਚ ਉਹਦੀ ਸਾਂਝ ਬਣ ਜਾਂਦੀ, ਉਹਦੇ ਵਿੱਚ ਸਮਾ ਜਾਂਦਾ। ਜੇ ਜੋਤ ਸਰੂਪੀ ਜੋਤ ਸੰਗ ਸਮਾਵੈ, ਤੈ ਕਿਸੈ ਭੂਖ ਕਵਣ ਤ੍ਰਿਪਤਾਵੈ। ਫਿਰ ਉੱਥੇ ਨਾ ਤ੍ਰਿਸ਼ਨਾ ਤੇ ਨਾ ਤ੍ਰਿਪਤਾਈ, ਦੋਵੇਂ ਚੀਜ਼ਾਂ ਤੋਂ ਅੱਗੇ ਚਲਾ ਗਿਆ। ਇਹ ਅਸ਼ਟਪਦੀ ਐਸੀ ਹੈ, ਇਉਂ ਕਹੋ ਵੀ ਇੱਕ ਅਸ਼ਟਪਦੀ ਜਿਹੜੀ ਹੈ ਇਹ 21 ਨੰਬਰ, ਇਹ ਆਮ ਸਾਧਕ ਵਾਲੀ ਹੈ ਹੀ ਨਹੀਂ, ਆਮ ਬੰਦੇ ਨੂੰ ਸਮਝ ਵਿੱਚ ਨਹੀਂ ਆਉਂਦੀ। ਕਿਉਂਕਿ ਸੁਖਮਣੀ ਸਾਹਿਬ ਦੇ ਵਿੱਚ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਦੇ ਬਾਰੇ ਸ਼ਬਦ ਉਚਾਰੇ ਗਏ ਨੇ। ਜਿੱਥੇ ਇੱਕ ਆਮ ਜਗਿਆਸੂ ਹੈ ਉਹਦੇ ਤੇ ਕੰਮ ਕਰਦੀਆਂ ਨੇ ਪਹਿਲੀਆਂ ਅਸ਼ਟਪਦੀਆਂ, ਜਿਹਦੇ ਵਿੱਚ ਇਹ ਕਿਹਾ ਗਿਆ, ਸੰਗ ਸਹਾਈ ਸੁਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ। ਉਹਦੇ ਵਿੱਚ ਸਾਡੀ ਤਸਵੀਰ, ਬਲਵਾ ਕੇ ਗ੍ਰਹਿ ਭੀਤਰ ਬਸੈ, ਅਣਦ ਕੇਲ ਮਾਇਆ ਰੰਗ ਰਸੈ, ਦਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾ ਲੋਭ ਤਰੋ, ਇਆਹੂ ਜੁਗਤ ਬਿਹਾਨੇ, ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ। ਉਹ ਅਰਦਾਸ ਦੀਆਂ ਅਸ਼ਟਪਦੀਆਂ ਨੇ ਆਮ ਆਦਮੀ ਵਾਸਤੇ। ਪਰ ਇੱਥੇ ਸਾਧ ਸੰਗਤ ਦੀ ਬਿਲਕੁਲ ਸਿਰੇ ਤੇ ਗਏ ਹੋਏ ਮਨੁੱਖ ਦੀ ਵਿਆਖਿਆ ਕੀਤੀ ਹੈ, ਔਰ ਇਸ ਵਿਆਖਿਆ ਨੂੰ ਸਮਝਣਾ ਅਤ ਜ਼ਰੂਰੀ ਹੁੰਦਾ ਹੈ, ਤਾਂ ਕਿ ਸਾਨੂੰ ਸਮਝ ਥੋੜ੍ਹੀ ਜਿਹੀ ਆ ਜਾਏ ਵੀ ਜਿਹੜੇ ਬਖਸ਼ੇ ਹੋਏ ਨੇ ਉਹਨਾਂ ਦੇ ਚਿੰਨ੍ਹ ਕੀ ਨੇ, ਉਹਨਾਂ ਦੇ ਲੱਛਣ ਕੀ ਨੇ, ਕਿਵੇਂ ਦੇ ਹੁੰਦੇ ਨੇ। ਇਸ ਕਰਕੇ ਇੱਥੇ ਕਹਿੰਦੇ, ਉਹਨੂੰ ਕੋਈ ਛਲ ਨਹੀਂ ਸਕਦਾ, ਨਾ ਉਹਦੇ ਵਿੱਚ ਐਸੀ ਤ੍ਰਿਪਤਾਈ ਹੈ ਵੀ ਉਹ ਭੋਜਨ ਛੱਡ ਕੇ ਬੈਠ ਜਾਂਦਾ, ਤੇ ਨਾ ਉਹਦੇ ਵਿੱਚ ਤ੍ਰਿਸ਼ਨਾ। ਯਾਦ ਰੱਖਣਾ, ਪ੍ਰਾਪਤ ਕਰਨ ਦੀ ਇੱਛਾ ਰੱਖਣੀ ਵੀ ਬੰਧਨ ਹੈ, ਤੇ ਜੋ ਕੁਝ ਰੱਬ ਦਿੰਦਾ ਉਹਨੂੰ ਮੋੜਨਾ ਵੀ ਇੱਕ ਉਸ ਦੁਨੀਆ ਵਿੱਚ ਗੁਨਾਹ ਹੈ। ਉਹ ਦੋਵੇਂ ਚੀਜ਼ਾਂ ਤੋਂ ਉੱਚਾ ਉੱਠ ਜਾਂਦਾ। ਮੰਗਦਾ ਕੁਝ ਹੈ ਨਹੀਂ, ਜੋ ਮਿਲੇ ਉਹਨੂੰ ਵਰਤ ਵੀ ਲੈਂਦਾ ਹੈ, ਦੋਵਾਂ ਵਿੱਚ ਇੱਕੋ ਜਿਹਾ ਰਹਿੰਦਾ। ਕਿਉਂਕਿ ਤਿਆਗਣਾ ਵੀ ਇੱਕ ਪ੍ਰਕਾਰ ਦਾ ਬੰਧਨ ਹੈ।
ਅਸੀਂ ਕਹਿੰਦੇ ਆ ਜਾਂ ਤੇ ਅਸੀਂ ਮੰਗਣ ਵਾਲਿਆਂ ਚਾਂ ਤੇ ਜਾਂ ਅਸੀਂ ਜੋ ਕੁਝ ਮਿਲਦਾ ਅਸੀਂ ਕਹਿੰਦੇ ਅਸੀਂ ਵੀ ਨਹੀਂ ਲੈਣਾ, ਉਹਨੂੰ ਵੀ ਠੇਡਾ ਮਾਰ ਦਿੰਦੇ। ਇਹ ਦੋਵੇਂ ਚੀਜ਼ਾਂ ਬੰਧਨ ਵਿੱਚ ਆਉਂਦੀਆਂ ਨੇ। ਬ੍ਰਹਮ ਗਿਆਨੀ ਰੱਬ ਤੋਂ ਇੱਛਾ ਨਹੀਂ ਰੱਖਦਾ, ਪਰ ਜੇ ਉਹ ਦਿੰਦਾ ਕੁਝ ਉਹਨੂੰ ਨਾ ਵੀ ਨਹੀਂ ਕਰਦਾ। ਉਹ ਦੋਵਾਂ ਚੀਜ਼ਾਂ ਵਿੱਚ ਇੱਕੋ ਜਿਹਾ ਹੈ। ਜੇ ਉਸ ਨੂੰ ਮਿੱਟੀ ਮਿਲਦੀ ਹੈ ਤੇ ਮਿੱਟੀ ਨੂੰ ਪ੍ਰਵਾਨ ਕਰ ਲੈਂਦਾ, ਤੇ ਜੇ ਸੋਨਾ ਮਿਲਦਾ ਤੇ ਸੋਨੇ ਨੂੰ ਸਿੱਟਦਾ ਨਹੀਂ, ਉਹ ਵੀ ਲੈ ਲੈਂਦਾ। ਦੋਵੇਂ ਚੀਜ਼ਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜੀਵਨ ਕੋਰਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਾਡੇ ਨੰਬਰ 9815 78122 ਤੇ ਆਪ ਜੀ ਸੰਪਰਕ ਕਰਕੇ ਕੋਰਸ ਪ੍ਰਤੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕੋਰਸ ਕਰਨ ਦੇ ਜੋ ਤਰੀਕੇ ਹਨ, ਆਪ ਜੀ ਡਾਕ ਰਾਹੀਂ ਕਿਤਾਬਾਂ ਮੰਗਵਾ ਕੇ ਆਪਣੇ ਘਰ ਬੈਠੇ ਇਹ ਕੋਰਸ ਕਰ ਸਕਦੇ ਹੋ, ਜਾਂ ਫਿਰ ਵਿਦੇਸ਼ਾਂ ਵਿੱਚ ਜੋ ਸੰਗਤਾਂ ਹਨ ਜਾਂ ਜੋ ਪੰਜਾਬ ਤੋਂ ਦੂਰ ਹਨ, ਉਹਨਾਂ ਲਈ ਗਿਆਨੀ ਜੀ ਵੱਲੋਂ ਆਪਣੇ ਨਾਮ 'ਤੇ ਜੋ ਵੈਬਸਾਈਟ ਹੈ www.gyanikulwantsingh.com, ਇਸ ਵੈਬਸਾਈਟ ਉੱਪਰ ਤੁਸੀਂ ਔਨਲਾਈਨ ਵੀ ਕੋਰਸ ਕਰ ਸਕਦੇ ਹੋ। ਗੁਰਮੁਖ ਜੀਵਨ ਕੋਰਸ ਦੀ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਾਉਣੀ ਹੈ ਜਾਂ ਕਿਤਾਬਾਂ ਮੰਗਵਾਉਣ ਲਈ 9815 78122 ਉੱਪਰ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।